ਫੈਮਿਨਿਸਟ ਐਂਗਲ ਦਾ ਨਾਰਾ ਜਿਹੜਾ ਯੂਰਪ ਨੇ ਹੁਣ ਮਾਰਿਆ ਜਾ ਕੇ 18ਵੀਂ ਸਦੀ 'ਚ, ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ 14ਵੀਂ ਸਦੀ ਵਿੱਚ ਮਾਰ ਦਿੱਤਾ ਸੀ। ਲਿਬਰਟੀ ਦਾ ਬੁੱਤ ਆ ਤਾਂ ਹੁਣ ਬਣਦਾ ਯੂਰਪ ਦੇ ਵਿੱਚ ਜਾ ਕੇ। ਸਾਡੇ ਜਿਹੜੇ ਹੈਗੇ ਆ ਗੁਰੂ, 9ਵੇਂ ਗੁਰੂ ਨੇ ਹਿਊਮਨ ਰਾਈਟਸ ਦਾ ਝੰਡਾ ਬੁਲੰਦ ਆਪਣੀ ਕੁਰਬਾਨੀ ਦੇ ਕੇ ਪ੍ਰੈਕਟੀਕਲੀ 15ਵੀਂ 16ਵੀਂ ਸਦੀ ਦੇ ਵਿੱਚ ਕਰਦਾ। ਮਰਦ ਜਦੋਂ ਔਰਤ ਬਾਰੇ ਲਿਖਦਾ ਤਾਂ ਉਹਨੂੰ ਦੇਵੀ ਬਣਾ ਦਿੰਦਾ, ਪਰ ਜਦੋਂ ਔਰਤ ਮਰਦ ਬਾਰੇ ਲਿਖਦੀ ਆ ਤਾਂ ਉਹਨੂੰ ਦਾਨਵ ਬਣਾ ਦਿੰਦੀ ਆ। ਮੈਂ ਉਸ ਕਿਸਮ ਦੇ ਫੈਮਿਨਿਜ਼ਮ ਦੇ ਹੱਕ 'ਚ ਨਹੀਂ ਹੈਗਾ ਜਿਹੜਾ ਐਂਟੀ ਮੇਲ। ਉੱਪਰ ਵਾਲੀਆਂ ਔਰਤਾਂ ਦਾ ਹੱਥ 'ਚ ਫੈਮਿਨਿਜ਼ਮ ਹੈ, ਜਿਹੜੀਆਂ ਅਲੀਟ ਨੇ, ਜਿਹੜੀਆਂ ਮਜ਼ਦੂਰ ਨੇ, ਉਹਨਾਂ ਦੇ ਏਜੰਡੇ ਨਹੀਂ ਹੈਗੇ। ਉਹਨਾਂ ਦੇ ਕਿੱਦਾਂ ਦਾ ਫੈਮਿਨਿਜ਼ਮ ਹੋਣਾ ਚਾਹੀਦਾ ਇੰਡੀਆ 'ਚ? ਔਰਤ ਦਾ ਕਨਸੈਪਟ ਇੰਡੀਆ ਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਸੈਲਫ ਨੂੰ ਫੋਕਸ ਕਰੋ। ਔਰਤਾਂ ਨੇ ਖੁੱਲ੍ਹਣ ਨੂੰ ਸਿਰਫ ਕੱਪੜਿਆਂ ਤੱਕ ਹੀ ਮਹਿਦੂਦ ਕਰ ਛੱਡਿਆ ਵੀ ਮਰਦ ਆਪਦੀ ਨਿਗਾਹ ਸਹੀ ਕਰਨ। ਇਹ ਸੋਚ ਨੂੰ ਕਿਵੇਂ ਵੇਖਦੇ? ਬ੍ਰਾਹਮਣਵਾਦ ਆ ਨਾ, ਇਹ ਲੂਣ ਦੀ ਖਾਣ ਆ, ਆਪਣੇ 'ਚ ਜਜ਼ਬ ਕਰ ਲੈਂਦੀ ਹੈ ਸਾਰਾ ਕੁਝ। ਕੀ ਸਿੱਖੀਜ਼ਮ ਨੂੰ ਵੀ ਜਜ਼ਬ ਕਰ ਲੈਂਦੀ? ਸਿੱਖੀਜ਼ਮ ਨੂੰ ਜਜ਼ਬ ਕਰਨ ਦਾ ਵੈਸੇ ਸਕੋਪ ਘੱਟ ਹੈ। 150 ਕੰਟਰੀ ਦੇ ਵਿੱਚ 15 ਕਰੋੜ ਦੇ ਕਰੀਬ ਪੰਜਾਬੀ ਹੈ। ਜੇ ਉਹ ਸਿੱਖਾਂ ਦੇ ਵਿੱਚ ਵੀ ਕਾਸਟਿਜ਼ਮ ਐਗਜ਼ਿਸਟ ਕਰ ਰਹੀ ਹੈ ਤਾਂ ਮਤਲਬ ਇਹਨਾਂ ਦੇ ਵਿੱਚ ਬ੍ਰਾਹਮਣਵਾਦ ਹੈਗਾ। ਜਿਹੜਾ ਸਿੱਖਾਂ ਦੇ ਵਿੱਚ ਬ੍ਰਾਹਮਣਵਾਦ ਆ ਉਹਨੂੰ ਕਿਵੇਂ ਖਤਮ ਕੀਤਾ ਜਾਊਗਾ? ਔਰਤ ਨੂੰ ਮਿਲਣ ਲਈ ਜੇਤੂ ਜਰਨੈਲ ਵਾਂਗ ਨਹੀਂ, ਬਲਕਿ ਕਿਸੇ ਮੁਕੱਦਸ ਅਸਥਾਨ ਦੀ ਜ਼ਿਆਰਤ ਕਰਨ ਵਾਲੇ, ਕਿਸੇ ਮੁਕੱਦਸ ਅਸਥਾਨ ਦੀ ਜ਼ਿਆਰਤ ਕਰਨ ਆਏ ਫਕੀਰ ਵਾਂਗ ਜੁੱਤੀ ਲਾ ਕੇ ਆਉਣਾ ਪੈਂਦਾ ਹੈ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸਾਹਿਤਿਕ ਤੰਦਾਂ ਵਿੱਚ ਤੁਹਾਡਾ ਸਵਾਗਤ ਹੈ। ਆਸ ਕਰਦਾ, ਉਮੀਦ ਕਰਦਾ ਕਿ ਜ਼ਿੰਦਗੀ ਦੇ ਹਰ ਰੰਗ ਨੂੰ ਮਾਣ ਰਹੇ ਹੋਵੋਗੇ, ਜਿਉਂ ਰਹੇ ਹੋਵੋਗੇ, ਹੰਢਾ ਰਹੇ ਹੋਵੋਗੇ। ਸੋ ਉਸੇ ਰੰਗ ਨੂੰ ਦੂਣਾ ਚੌਣਾ ਕਰਨ ਲਈ, ਉਸ ਰੰਗ ਦੇ ਵਿੱਚ ਉਹਨੂੰ ਕਹਿ ਲਓ ਗੂੜਾ ਕਰਨ ਲਈ ਮੈਂ ਇੱਕ ਵਾਰੀ ਫਿਰ ਤੋਂ ਹਾਜ਼ਰ ਹੋਇਆ ਪ੍ਰੋਗਰਾਮ ਸਾਹਿਤਿਕ ਤੰਦਾਂ ਲੈ ਕੇ। ਤੇ ਇਸ ਪ੍ਰੋਗਰਾਮ ਦੇ ਵਿੱਚ ਸਾਹਿਤ ਦੀ ਤੰਦ ਪਾਉਣੇ ਆਪਾਂ ਸਾਹਿਤਕਾਰਾਂ ਦੇ ਨਾਲ। ਅੱਜ ਜਿਹੜੇ ਸਾਹਿਤਕਾਰ ਸਾਡੇ ਵਿਹੜੇ ਆਏ ਨੇ ਉਹਨਾਂ ਬਾਰੇ ਦੱਸਣ ਤੋਂ ਪਹਿਲਾਂ ਇੱਕ ਗੱਲ ਜਿਹੜੀ ਮੇਰੇ ਦਿਲ 'ਚ, ਦਿਮਾਗ ਦੇ ਵਿੱਚ ਇਸ ਵੇਲੇ ਚੱਲ ਰਹੀ ਆ, ਉਹ ਇਹ ਹੈ ਕਿ ਰਾਈਟਰ ਲਈ ਨਾ, ਜਦੋਂ ਲਿਖਦਾ ਹੈਗਾ ਉਹ, ਤਾਂ ਉਹਦੇ ਲਈ ਇੱਕ ਚੀਜ਼ ਦਾ ਹੋਣਾ ਬੜਾ ਜ਼ਰੂਰੀ ਆ। ਉਹ ਹੈਗੀ ਆ ਮੌਲਿਕਤਾ। ਖਿਆਲਾਂ ਦੀ ਓਰੀਜਨੈਲਿਟੀ ਕਹਿ ਲਓ, ਹੈ ਨਾ, ਵੀ ਉਹ ਲੇਖਕ ਦੇ ਆਪਣੇ ਹੋਣ, ਨਵੇਂ ਹੋਣ। ਜੇ ਉਹਦੇ ਆਪਣੇ ਲਿਖਣ ਦੇ ਵਿੱਚ ਮੌਲਿਕਤਾ ਹੋਵੇਗੀ ਤਾਂ ਉਹ ਆਪਣੀ ਵੱਖਰੀ ਪਹਿਚਾਣ ਬਣਾਵੇਗਾ। ਜਿਹੜਾ ਅੱਜ ਸਾਡੇ ਵਿਹੜੇ ਸਾਹਿਤਕਾਰ ਆਇਆ ਉਹਦੀਆਂ ਲਿਖਤਾਂ ਵਿੱਚ ਵੀ ਇੱਕ ਮੌਲਿਕਤਾ ਹੈਗੀ ਆ। ਔਰਤ ਦੀ ਸੰਵੇਦਨਾ ਨੂੰ ਬੜੇ ਨੇੜਿਓਂ ਉਹਨੇ ਕਹਿ ਲਓ ਵੀ ਲਿਖਿਆ। ਬਹੁਤ ਸੰਵੇਦਨਸ਼ੀਲ ਤਰੀਕੇ ਦੇ ਨਾਲ ਕਵਿਤਾਵਾਂ ਲਿਖੀਆਂ ਨੇ। ਪਟਿਆਲੇ ਤੋਂ ਜਦੋਂ ਬਾਈਪਾਸ ਜਾਈਏ ਦੇਵੀਗੜ੍ਹ ਰੋਡ ਦੇ ਉੱਤੇ, ਤਾਂ ਸਨੌਰ ਦੇ ਨੇੜੇ ਬੇਟ ਏਰੀਆ ਜਿਹੜਾ ਹੈਗਾ, ਉੱਥੇ ਇੱਕ ਪਿੰਡ ਪੈਂਦਾ ਹਡਾਣਾ। ਘੱਗਰ ਦਰਿਆ ਦੇ ਵਿੱਚ ਹੜ੍ਹ ਆਉਣ ਕਰਕੇ ਉਸ ਪਿੰਡ ਦਾ ਨਾਮ, ਉੱਥੇ ਹੜ੍ਹ ਜ਼ਿਆਦਾ ਹੁੰਦੇ ਸੀ, ਹਡਾਣਾ ਪਿਆ। ਉਸ ਪਿੰਡ ਜਨਮਿਆ ਅਤੇ ਉਹ ਪੜ੍ਹਾਈ ਕਰਦਾ ਜੌਬ ਕਰਨ ਲਈ ਚੰਡੀਗੜ੍ਹ ਆਉਂਦਾ ਹੈ। ਸਾਹਿਤ ਨੂੰ ਵੀ ਨਾਲੋਂ ਨਾਲ ਲੈ ਕੇ ਚੱਲਦਾ, ਜੌਬ ਨੂੰ ਵੀ ਨਾਲੋਂ ਨਾਲ ਲੈ ਕੇ ਚੱਲਦਾ। 3 ਕਿਤਾਬਾਂ ਹੁਣ ਤੱਕ ਆਈਆਂ ਨੇ। ਜਿਵੇਂ ਉਸ ਰਾਈਟਰ ਉਸ ਲੇਖਕ ਲਈ ਕਹਾਂ ਕਿ 2 ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ, ਤਾਂ ਉਹ ਗੱਲ ਗਲਤ ਨਹੀਂ ਹੋਊਗੀ, ਕਿਉਂਕਿ ਲਿਖਿਆ ਉਹਨੇ ਬੇਸ਼ੱਕ ਥੋੜ੍ਹਾ ਹੈ ਪਰ ਲਿਖਿਆ ਬੜਾ ਉਮਦਾ ਹੈ। ਹੁਣ ਤੱਕ ਉਹਨਾਂ ਦੀਆਂ 3 ਕਿਤਾਬਾਂ ਆ ਚੁੱਕੀਆਂ ਨੇ। ਗੁਲਾਬਾਸੀ ਪਹਿਲੀ ਕਿਤਾਬ 2000 ਦੇ ਵਿੱਚ ਆਈ ਸੀ। ਫਿਰ ਉਸ ਤੋਂ ਬਾਅਦ 5 ਨਦੀਆਂ ਦਾ ਗੀਤ 2006 ਦੇ ਵਿੱਚ, ਇੱਕ ਲੰਬੀ ਨਜ਼ਮ ਸੀ ਪੰਜਾਬ ਬਾਰੇ। ਇੱਕ ਕਿਤਾਬ ਸੀ ਵਸਦੇ ਰਹਿਣ ਪੰਜਾਬੀ ਸ਼ਾਹਮੁਖੀ ਦੇ ਵਿੱਚ। ਅਤੇ ਉਸ ਤੋਂ ਬਿਨਾਂ ਹੁਣ ਜਿਹੜੀ ਛਪਾਈ ਅਧੀਨ ਕਿਤਾਬ ਹੈ ਉਹ ਹੈ ਪਾਣੀ ਦੇ ਜਿਸਮ ਵਾਲੀ ਔਰਤ। ਪਾਣੀ ਦੇ ਜਿਸਮ ਵਾਲੀ ਔਰਤ ਲਈ ਸੁਰਜੀਤ ਪਾਤਰ ਸਾਹਿਬ ਹੋਰਾਂ ਨੇ ਵੀ ਉਹਨਾਂ ਦੀ ਕਾਫੀ ਤਾਰੀਫ ਕੀਤੀ ਹੈ। ਕਹਿੰਦੇ ਔਰਤ ਦੀ ਸੰਵੇਦਨਾ ਨੂੰ ਜਿਹੜੇ ਤਰੀਕੇ ਨਾਲ ਇਸ ਕਲਮ ਨੇ ਬਿਆਨ ਕੀਤਾ, ਮੈਨੂੰ ਨਹੀਂ ਲੱਗਦਾ ਕੋਈ ਹੋਰ ਕਰ ਪਾਇਆ ਹੋਵੇਗਾ। ਪਰ ਹੁਣ ਮੈਂ ਗੱਲਾਂ ਬਾਤਾਂ ਦੇ ਵਿੱਚ ਜ਼ਿਆਦਾ ਨਾ ਉਲਝਾਵਾਂ। ਮੈਂ ਉਹਨਾਂ ਦਾ ਸਵਾਗਤ ਕਰਨਾ, ਸੁਭਾਗ ਹਾਸਲ ਕਰਨਾ। ਸਾਡੇ ਵਿਹੜੇ ਆਏ ਨੇ ਹਰਵਿੰਦਰ ਚੰਡੀਗੜ੍ਹ ਤੋਂ ਆਏ ਨੇ। ਤੁਹਾਡੇ ਨਾਂ ਦੇ ਨਾਲ ਤੁਸੀਂ ਹਰਵਿੰਦਰ ਚੰਡੀਗੜ੍ਹ ਲਾਉਣੇ ਹੋ, ਪਰ ਲੋਕ ਤੁਹਾਨੂੰ ਹਰਵਿੰਦਰ ਗੁਲਾਬਾਸੀ ਦੇ ਨਾਮ ਨਾਲ ਵੀ ਜਾਣਦੇ ਨੇ। ਸਵਾਗਤ ਸਰ, ਸਾਡੇ ਵਿਹੜੇ ਤੁਸੀਂ ਆਏ ਹੋ। ਕੁਝ ਗੱਲਾਂ ਤੁਹਾਡੇ ਲਈ ਮੈਂ ਦੱਸੀਆਂ, ਤੁਹਾਡੇ ਬਾਰੇ ਦੱਸੀਆਂ। ਪਹਿਲਾ ਸਵਾਲ ਮੈਂ ਉਹੀ ਪੁੱਛੂੰਗਾ ਜਿਹੜਾ ਮੈਂ ਸਾਰਿਆਂ ਤੋਂ ਪੁੱਛਣਾ, ਵੀ ਮੈਂ ਤਾਂ ਦੱਸਦਾ ਜੀ ਵੀ ਹਰਵਿੰਦਰ ਚੰਡੀਗੜ੍ਹ ਕੌਣ ਨੇ? ਤੁਸੀਂ ਆਪਣੇ ਮੂੰਹੋਂ ਦੱਸੋ, ਹਰਵਿੰਦਰ ਚੰਡੀਗੜ੍ਹ ਕੌਣ?
ਬਹੁਤ ਬਹੁਤ ਮਿਹਰਬਾਨੀ। ਬੇਸਿਕਲੀ ਇਹ ਆ ਕਿ ਹਰ ਬੰਦੇ ਦੀ ਆਪਣੇ ਬਾਰੇ ਵੀ ਇੱਕ ਪਹਿਚਾਣ ਹੁੰਦੀ ਆ ਤੇ ਦੂਸਰੀ ਪਹਿਚਾਣ ਉਹਦੀ ਲੋਕਾਂ ਦੇ ਮਨਾਂ 'ਚ ਹੁੰਦੀ ਆ। ਜੋ ਮੇਰੀ ਆਪਣੇ ਬਾਰੇ ਪਹਿਚਾਣ ਆ, ਜਿਹੜਾ ਤੁਹਾਡਾ ਸਵਾਲ ਆ ਉਹਦੇ ਨਾਲ ਸੰਬੰਧਿਤ ਹੈ, ਮੈਂ ਇਹ ਸਮਝਦਾ ਕਿ ਮੈਂ ਇੱਕ ਬਹੁਤ ਸਧਾਰਨ ਆਪਣੇ ਆਪ ਨੂੰ ਮਨੁੱਖ ਸਮਝਦਾ। ਹਰਵਿੰਦਰ ਚੰਡੀਗੜ੍ਹ ਬੇਸਿਕਲੀ ਕੀ ਆ ਕਿ ਇੱਕ ਆਮ ਸਧਾਰਨ ਕਿਸਾਨ, ਬਹੁਤ ਸਿੰਪਲ ਕਿਸਾਨ ਪਰਿਵਾਰ ਦੇ ਵਿੱਚੋਂ ਪੈਦਾ ਹੋਇਆ ਇੱਕ ਸ਼ਖਸ ਹੈ ਜੋ ਪਿੰਡਾਂ ਦੀਆਂ ਤੰਗੀਆਂ ਤੁਰਸ਼ੀਆਂ ਔਕੜਾਂ ਸਾਰਿਆਂ ਨੂੰ ਆਪਣੇ ਵਿੱਚ ਸਟਰਗਲ ਦੇ ਵਿੱਚੋਂ ਨਿਕਲ ਕੇ ਆਉਂਦਾ ਹੈ ਔਰ ਖੇਤੀ ਦੇ ਧੰਦੇ ਨੂੰ ਬਹੁਤ ਬਰੀਕੀ ਨਾਲ ਆਪ ਮੈਂ ਹੱਥੀਂ ਕੀਤਾ ਹੋਇਆ ਹੈ। ਮੈਨੂੰ ਤਜਰਬਾ ਪੇਂਡੂ ਲਾਈਫ ਦਾ ਸਾਰਾ 20-22 ਸਾਲ ਮੈਂ ਪਿੰਡ 'ਚ ਰਿਹਾ ਜੀ। ਉਸ ਤੋਂ ਬਾਅਦ ਮੈਂ ਜੌਬ ਜੁਆਇਨ ਕਰਦਾ ਹੈਗਾ ਐਜ਼ ਏ ਗਜ਼ਟਡ ਆਫੀਸਰ। ਮੈਂ PPSC ਰਾਹੀਂ ਪੰਜਾਬ ਗਵਰਨਮੈਂਟ ਦੇ ਪਲੈਨਿੰਗ ਡਿਪਾਰਟਮੈਂਟ 'ਚ ਜੁਆਇਨ ਕਰ ਲਿਆ ਸੀ ਮੈਂ ਜੀ। ਤੇ ਉਹ ਮਤਲਬ ਜਿਹੜੀ ਹੈਗੀ ਆ ਮੇਰੀ ਪੇਂਡੂ ਬੈਕਗਰਾਉਂਡ ਕਹਿ ਲਓ, ਤੇ ਜਿਹੜੀ ਮੇਰੀ ਹੱਥੀਂ ਕੰਮ ਕਰਨ ਦੀ ਸਟਰਗਲ ਮੈਂ ਆਪ ਦੇਖੀ ਆਪਣੇ ਫਾਦਰ ਸਾਹਿਬ ਨਾਲ, ਉਹ ਮੇਰੀ ਲਿਖਤ ਦੇ ਵਿੱਚ ਵੀ ਕੰਮ ਆਈ ਔਰ ਮੇਰਾ ਪੇਂਡੂ ਜਿਹੜਾ ਜ਼ਿੰਦਗੀ ਦਾ ਤਜਰਬਾ ਸੀ ਉਹ ਵੀ ਮੇਰੀ ਲਿਖਤ ਦਾ ਬਹੁਤ ਜ਼ਿਆਦਾ ਰਹਿਤਲ ਮੈਨੂੰ ਜਿਹੜੀ ਸੀਗੀ ਪੰਜਾਬ ਦੀ ਪੂਰੀ ਸਮਝ ਆ ਗਈ ਸੀਗੀ। ਮੈਂ ਹਾਲਾਂਕਿ 20 ਸਾਲ ਹੀ ਪਿੰਡ ਰਿਹਾ, ਜ਼ਿਆਦਾ ਬਾਕੀ ਦਾ ਜਿਹੜਾ ਵਕਫਾ ਮੈਂ ਚੰਡੀਗੜ੍ਹ ਰਿਹਾ। ਜ਼ਿੰਦਗੀ ਦੇ ਮੁੱਢਲੇ 20 ਵਰੇ ਤੁਸੀਂ ਪਿੰਡ 'ਚ ਰਹੇ ਹੋ ਤੇ ਉਸ ਚੀਜ਼ ਦਾ ਮੈਨੂੰ ਜਿਹੜਾ ਹੈਗਾ ਮੈਂ ਸਮਝਦਾ ਕਿ ਮੇਰੇ ਪਿੰਡ ਅਜੇ ਵੀ ਮੈਂ ਜਿੱਥੇ ਮਰਜ਼ੀ ਚਲੇ ਜਾਵਾਂ ਪਿੰਡ ਹੀ ਮੈਂ ਜੀਣਾ ਹਾਂ, ਪਿੰਡ ਹੀ ਮੇਰੇ ਅੰਦਰ ਉਕਰਿਆ ਹੋਇਆ। ਉਹ ਜਿਹੜੀਆਂ ਪਹਿਲੀ ਜਿਹੜੀ ਮੇਰੀ ਜ਼ਿੰਦਗੀ ਹੈ ਉਹੀ ਨਾਲ ਨਾਲ ਚੱਲਦੀ ਹੈ, ਮੇਰੀ ਲਿਖਤਾਂ ਦੇ ਵਿੱਚ ਵੀ ਉਹੀ ਨਾਲ ਆਉਂਦੀ ਹੈ। ਜਿਹੜੇ ਉਹ 20 ਵਰੇ ਸੀ, ਉਹ 20 ਵਰੇ ਸੀ। ਔਰ ਮੇਰੇ ਫਾਦਰ ਸਾਹਿਬ, ਮੇਰੇ ਫੋਰ ਫਾਦਰ ਜਿਹੜੇ ਹੈਗੇ ਆ, ਉਹ ਜਿਵੇਂ ਬਹੁਤ ਸਾਰੇ ਪੰਜਾਬੀਆਂ ਦਾ ਇੱਕ ਵੱਡਾ ਦੁਖਾਂਤ ਉਹਨਾਂ ਨੇ ਹੰਢਾਇਆ ਸੀ। ਉਹ ਪਾਕਿਸਤਾਨ 'ਚੋਂ ਇੱਧਰ ਸ਼ਿਫਟ ਹੋਏ ਸੀਗੇ ਜੀ ਜੀ ਮਾਈਗ੍ਰੇਸ਼ਨ ਤੋਂ ਬਾਅਦ, ਤੇ ਉਹ ਦਰਦ ਜਿਹੜਾ ਅਸੀਂ ਆਪਣੇ ਪੇਰੈਂਟਸ ਤੋਂ, ਅਸੀਂ ਆਪ ਤਾਂ ਨਹੀਂ ਵੇਖਿਆ ਲੇਕਿਨ ਆਪਣੇ ਪੇਰੈਂਟਸ ਦੀਆਂ ਗੱਲਾਂ ਬਾਤਾਂ 'ਚੋਂ, ਆਪਣੇ ਚਾਚੇ ਤਾਇਆਂ ਤੋਂ ਇਹ ਸਾਰਾ ਜਿਹੜਾ ਹੈਗਾ ਸੁਣਦਿਆਂ ਸੁਣਾਉਂਦਿਆਂ ਉਹਦਾ ਵੀ ਸਾਡੇ ਮਨ 'ਤੇ ਕਿਤੇ ਨਾ ਕਿਤੇ ਅਸਰ ਆਉਂਦਾ ਹੈਗਾ ਗੱਲ ਦਾ। ਤੇ ਉਹ ਰਾਈਟਰ ਦੇ ਤੌਰ ਦੇ ਉੱਤੇ ਤੁਸੀਂ ਉਹ ਵੀ ਤੁਹਾਡੀ ਸੰਵੇਦਨਾ ਦਾ ਹਿੱਸਾ ਬਣ ਜਾਂਦਾ। ਇਹ ਚੀਜ਼ਾਂ ਵੀ ਮੇਰੇ ਜਿਹੜੀ ਹੈਗੀ ਆ ਲਿਖਤ ਦੇ ਵਿੱਚ ਆਈਆਂ ਨੇ। ਸੋ ਇਹ ਇੱਕ ਕਿਸਮ ਦੀ ਮੇਰੀ ਪਹਿਚਾਣ ਹੈ ਜਿਹੜੀ ਰਾਈਟਰ ਦੇ ਤੌਰ ਤੇ ਵੀ ਮੇਰੀ ਬਣੀ, ਤੇ ਮੇਰੀ ਇੱਕ ਸ਼ਖਸ ਦੇ ਤੌਰ ਦੇ ਉੱਤੇ ਵੀ ਇੱਕ ਪੇਂਡੂ ਮਤਲਬ ਕਹਿ ਸਕਦੇ ਹੋ ਤੁਸੀਂ ਦੇਖ ਵਾਲੀ ਮੇਰੀ ਜਿਹੜੀ ਹੈਗੀ ਆ ਉਹ ਪਹਿਚਾਣ ਬਣਦੀ ਹੈ। ਅੱਛਾ, ਹਰਵਿੰਦਰ ਚੰਡੀਗੜ੍ਹ ਅਖਵਾਉਣਾ ਵਧੀਆ ਲੱਗਦਾ ਜ਼ਿਆਦਾ ਜਾਂ ਹਰਵਿੰਦਰ ਗੁਲਾਬਾਸੀ? ਬੇਸਿਕਲੀ ਇਹ ਹੈ ਕਿ ਮੈਂ ਆਪਣਾ ਤਖੱਲਸ ਕਦੀ ਆਪ ਪਹਿਲਾਂ ਰੱਖਿਆ ਨਹੀਂ ਸੀ। ਮੈਂ ਜਿਹੜੀ ਪਹਿਲੀ ਕਿਤਾਬ ਹੈ ਮੇਰੀ ਉਹਦੇ 'ਚ ਮੈਂ ਸਿਰਫ ਆਪਣਾ ਨਾਮ ਹਰਵਿੰਦਰ ਹੀ ਲਿਖਿਆ ਸੀ। ਮੇਰੀ ਇਹ ਵੀ ਭਾਵਨਾ ਹੈਗੀ ਆ ਕਿ ਪਹਿਲਾਂ ਜਿਹੜੇ ਹੈਗੇ ਤਖੱਲਸ ਰਾਈਟਰਾਂ ਦੇ ਜਾਂ ਜਿਹੜੇ ਖਾਸ ਤੌਰ 'ਤੇ ਪੋਇਟਸ ਦੇ, ਉਹ ਤਖੱਲਸ ਇੰਨੇ ਹਾਸੋਹੀਣੇ ਜਿਹੇ ਵੀ ਕਈ ਵਾਰੀ ਹੁੰਦੇ ਸੀਗੇ ਕਿ ਬੰਦੇ ਉਹਨਾਂ ਨੂੰ ਫਿਰ ਲਾਈਟਲੀ ਲੈਣ ਲੱਗ ਜਾਂਦੇ ਸੀਗੇ ਵੀ ਰਾਈਟਰ ਐਵੇਂ ਜਿਹੇ ਹੁੰਦੇ ਆ। ਮਤਲਬ ਦੁਖੀ ਰਾਮ ਸੁਖੀ ਰਾਮ ਨਾਲ ਤੁਸੀਂ ਤਖੱਲਸ ਜੋੜ ਲੈਂਦੇ ਹੋ। ਤੇ ਉਹ ਰਾਈਟਰ ਦੀ, ਜਦ ਕਿ ਜਿਹੜੀ ਰਾਈਟਰ ਵਿਲੱਖਣ ਹੁੰਦਾ ਹੈਗਾ ਤਾਂ ਰਾਈਟਰ ਆਮ ਹੁੰਦਾ ਹੋਇਆ ਵੀ ਖਾਸ ਹੁੰਦਾ। ਉਹ ਆਮ ਹੁੰਦਾ ਬੰਦਾ, ਜੇ ਰਾਈਟਰ ਖਾਸ ਬਣਦਾ ਤੇ ਫਿਰ ਵੀ ਉਹ ਰਾਈਟਰ ਨਹੀਂ ਹੈ। ਉਹ ਆਮ ਹੁੰਦਾ ਲੇਕਿਨ ਉਹਦੇ ਅੰਦਰ ਕੁਝ ਖਾਸ ਚੀਜ਼ਾਂ ਹੁੰਦੀਆਂ ਤੇ ਲੋਕ ਉਹਨੂੰ ਖਾਸ ਸਮਝਦੇ ਆ। ਉਹਦੇ ਅੰਦਰ ਸੰਵੇਦਨਾ ਹੁੰਦੀ ਆ, ਵੇਖਣ ਦੀ ਅੱਖ, ਉਹਦੇ ਅੰਦਰ ਤੀਸਰੀ ਅੱਖ ਜਿਹਨੂੰ ਕਹਿੰਦੇ ਆ, ਉਹ ਬੜੀ ਮਤਲਬ ਸ਼ਾਰਪ ਵਿਜ਼ਨ ਹੁੰਦਾ ਉਹਦੇ ਅੰਦਰ। ਉਹ ਜਿਹੜਾ ਹੈਗਾ ਲੋਕਾਂ ਨੂੰ ਜਿਹੜੀਆਂ ਆਮ ਪਰਤਾਂ ਲੋਕ ਨਹੀਂ ਦੇਖ ਪਾਉਂਦੇ, ਉਹ ਉਸ 'ਚ ਦੇਖਣ ਦੀ ਉਹ ਖੁਰਦਬੀਨੀ ਉਹਦੇ ਅੰਦਰ ਅੱਖ ਹੁੰਦੀ ਹੈ। ਹਰਵਿੰਦਰ ਦੀ ਤੀਜੀ ਅੱਖ ਕੀ ਵੇਂਦੀ ਹੈ? ਹਾਂ, ਮੇਰੀ ਤੀਜੀ ਅੱਖ ਅਸਲ 'ਚ ਉਹ ਵੇਖਦੀ ਆ ਜੋ ਹਰੇਕ ਰਾਈਟਰ ਦੀ ਹੀ ਵੈਸੇ ਮੈਂ ਸਮਝਦਾ ਵੇਖਦੀ ਆ ਉਸੇ ਤਰ੍ਹਾਂ ਹੀ, ਕਿ ਜਿਹੜੀ ਛੁਪੀਆਂ ਹੋਈਆਂ ਪਰਤਾਂ ਦੇ ਹੇਠਾਂ ਰਿਐਲਿਟੀ ਹੈ ਜੋ ਨੰਗੀ ਅੱਖ ਨਹੀਂ ਵੇਖ ਸਕਦੀ, ਉਹ ਜਿਹੜੀ ਹੈਗੀ ਆ ਉਸ ਤੱਕ ਪਹੁੰਚ ਜਦੋਂ ਹੁੰਦੀ ਹੈ ਤੁਹਾਡੀ, ਮੈਂ ਸਮਝਦਾ ਕਿ ਰਾਈਟਰ ਹੋਣ ਦੀ ਇਹੀ ਖੂਬੀ ਹੁੰਦੀ ਆ। ਇਹ ਉਸ ਨੂੰ ਇੱਕ ਗॉड ਗਿਫਟਡ ਚੀਜ਼ ਹੁੰਦੀ ਆ। ਉਹਦੇ ਅੰਦਰ ਜਿਹੜੀ ਸੰਵੇਦਨਾ ਆ, ਉਹਦੇ ਅੰਦਰ ਜਿਹੜੀ ਨੀਝ ਲਾ ਕੇ ਵੇਖਣ ਦੀ ਜਾਂ ਖੁਰਦਬੀਨੀ ਉਹਦੇ ਅੰਦਰ ਦ੍ਰਿਸ਼ਟੀ ਦਿੱਤੀ ਹੋਈ ਆ ਕੁਦਰਤ ਨੇ, ਉਹੀ ਉਹਨੂੰ ਰਾਈਟਰ ਬਣਾਉਂਦੀ ਆ। ਤੇ ਮੈਂ ਇਹ ਸਮਝਦਾ ਕਿ ਜਿਹੜੀ ਹੈਗੀ ਆ ਇਹ ਮੇਰੇ ਅੰਦਰ ਵੀ ਚੀਜ਼ ਹੈ ਕਿ ਮੈਨੂੰ ਬਹੁਤ ਵਾਰੀ ਲੱਗਦਾ ਕਿ ਮੈਂ ਬਹੁਤ ਸੰਵੇਦਨਸ਼ੀਲ ਵਾਕਈ ਹੈਗਾ, ਕਿ ਜਿਹੜੀਆਂ ਆਮ ਬੰਦੇ ਨੂੰ ਚੀਜ਼ਾਂ ਨਾਰਮਲ ਲੱਗਦੀਆਂ ਮੈਨੂੰ ਉਹ ਥੋੜ੍ਹੀਆਂ ਜਿਹੀਆਂ ਹੋਰ ਐਂਗਲ ਤੋਂ ਉਹਨਾਂ ਨੂੰ ਮੈਂ ਵੇਖਦਾ ਕਿ ਨਹੀਂ, ਇਹਦੀ ਇਹ ਪਰਤ ਜਿਹੜੀ ਹੈਗੀ ਆ ਇਹ ਇੰਨੀ ਸਿੱਧੀ ਨਹੀਂ ਹੈਗੀ, ਇਹਦੇ ਅੰਦਰ ਬਹੁਤ ਕੁਝ ਛੁਪਿਆ ਹੋਇਆ। ਖਾਸ ਤੌਰ ਤੇ ਸਮਾਜ ਦੀਆਂ ਜਿਹੜੀਆਂ ਨੈਗੇਟਿਵ ਚੀਜ਼ਾਂ ਨੇ, ਜੀ ਜੀ,
ਉਹਨਾਂ ਦੇ ਉੱਤੇ ਜਿਵੇਂ ਚਾਂਦੀ ਦਾ ਵਰਕ ਚੜਾ ਦਿੰਨੇ ਆਪਾਂ ਬਰਫੀ ਦੇ ਉੱਤੇ, ਤੇ ਸਮਾਜ ਦੇ ਵਿੱਚ ਵੀ ਪਰਤਾਂ ਇਦਾਂ ਨੇ ਕਿ ਤੁਹਾਨੂੰ ਲਿਸ਼ਕ ਪੁਸ਼ਕ ਜਿਹੜੀ ਹੈਗੀ ਆ ਉਹਦੇ ਚ ਉਲਝਾ ਦਿੱਤਾ ਜਾਂਦਾ ਤੇ ਰਿਐਲਿਟੀ ਪਤਾ ਨਹੀਂ ਲੱਗਣ ਦਿੱਤੀ ਜਾਂਦੀ। ਰਿਐਲਿਟੀ ਕੁਝ ਹੋਰ ਹੁੰਦੀ, ਰਿਐਲਿਟੀ ਹੋਰ ਹੁੰਦੀ ਆ। ਜਿਹੜੀ ਖੁਰਦਬੀਨੀ ਆਖਿਆ ਰਾਈਟਰ ਦੀ, ਉਹ ਪਰਤ ਤੋਂ ਅੰਦਰ ਜਾ ਕੇ ਵੇਖਦੀ ਆ। ਜਿਹੜੀ ਬਰਫੀ ਦੇ ਉੱਤੇ ਵਰਕ ਲੱਗਾ ਹੋਇਆ ਨਾ, ਉਹਦੇ ਅੰਦਰ ਵੀ ਝਾਕਣ ਦੀ, ਉਹਨੂੰ ਪਤਾ ਹੁੰਦਾ ਵੀ ਅੰਦਰ ਵੇਸਣ ਹੀ, ਅੰਦਰ ਖੋਆ ਨਹੀਂ ਹੈਗਾ। ਬਿਲਕੁਲ ਜੀ, ਬਿਲਕੁਲ। ਹਰਵਿੰਦਰ ਗੁਲਾਬਾਸੀ ਜੀ ਆਏ ਹੈਗੇ ਨੇ ਇਸ ਵੇਲੇ। ਸਰ, ਪਾਰ ਦੀ ਨਜ਼ਰ ਦੀ ਗੱਲ ਕਰ ਰਹੇ ਸੀਗੇ ਵੀ ਵੇਖਦੀ ਆ। ਅੱਛਾ, ਜਿਹੜੀ ਤੁਹਾਡੀ ਕਲਮ ਆ ਉਹ ਔਰਤ ਦੀ ਸੰਵੇਦਨਾ ਬਾਰੇ, ਔਰਤ ਚਿੱਤ ਬਾਰੇ ਵੀ ਬੜਾ ਕਹਿ ਲਓ ਵੀ ਵਧੀਆ ਲਿਖਦੀ ਆ, ਬੜਾ ਕਹਿ ਲਓ ਵੀ ਕੋਮਲਤਾ ਦੇ ਨਾਲ ਉਹ ਭਾਵਾਂ ਨੂੰ ਬਿਆਨ ਕਰਦੀ ਆ, ਬੜੀ ਸੂਖਮਤਾ ਦੇ ਨਾਲ ਉਸ ਚੀਜ਼ ਨੂੰ ਪੜ੍ਹਦੀ ਆ। ਸੋ ਉਸ ਚੀਜ਼ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੀ ਅਗਲੀ ਕਿਤਾਬ ਦੀ ਜਿਹੜੀ ਮੇਨ ਕਵਿਤਾ ਹੈਗੀ ਆ, ਪਾਣੀ ਦੇ ਜਿਸਮ ਵਾਲੀ ਔਰਤ, ਉਹੀ ਮੈਂ ਸੁਣਨੀ ਚਾਹਣਾ ਤੁਹਾਡੇ ਤੋਂ। ਹਾਂ, ਮੈਂ ਅਸਲ 'ਚ ਇਹ ਸਮਝਦਾ ਕਿ ਜਿਹੜੀ ਰਾਈਟਰ ਜਿਹੜਾ ਹੈਗਾ ਉਹ ਜੈਂਡਰ ਨਿਊਟਰਲ ਹੁੰਦਾ ਹੈਗਾ। ਆਮ ਤੌਰ 'ਤੇ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਤੁਸੀਂ ਇੱਕ ਮਰਦ ਹੋ, ਤੁਹਾਡੀਆਂ ਬਹੁਤ ਸਾਰੀਆਂ ਨਜ਼ਮਾਂ ਔਰਤ ਬਾਰੇ ਲਿਖੀਆਂ ਹੁੰਦੀਆਂ, ਵੀ ਇਦਾਂ ਕਿਉਂ ਹੈ? ਪਰ ਜੇ ਵੇਖਿਆ ਜਾਵੇ ਤਾਂ ਜੇ ਆਪਾਂ ਗੁਰੂਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਇਸਤਰੀ ਚਿੱਤ ਦੇ ਰੱਖ ਕੇ, ਹੈ ਨਾ, ਜੇ ਕੁਝ ਲਿਖਿਆ ਵੀ ਆ ਤਾਂ ਜਿਹੜੇ ਪ੍ਰਮਾਤਮਾ ਨੂੰ ਵਡਿਆਇਆ ਵੀ ਆ, ਹੈ ਨਾ, ਉਹਦੀ ਭਗਤੀ ਬੰਦਗੀ ਕਰੀ ਆ। ਜੀਵ ਇਸਤਰੀ ਦੇ ਰੂਪ 'ਚ ਉਹਨਾਂ ਨੇ ਸ਼ਾਇਰੀ ਵੀ ਲਿਖੀ ਆ। ਬਿਲਕੁਲ ਠੀਕ ਹੈ। ਸੋ ਮੈਂ ਸਮਝਦਾ ਕਿ ਜਿਹੜਾ ਰਾਈਟਰ ਆ ਉਹ ਇੱਕ ਇਨਸਾਨੀ ਸੰਵੇਦਨਾ ਦਾ ਹੀ ਮੁਜੱਸਮਾ ਹੁੰਦਾ, ਉਹ ਜੈਂਡਰ ਨਿਊਟਰਲ ਹੁੰਦਾ। ਤੇ ਜਿਹੜੇ ਨਾਲ ਵੀ ਕੋਈ ਧੱਕਾ ਹੋ ਰਿਹਾ, ਬੇਇਨਸਾਫੀ ਹੋ ਰਹੀ ਆ, ਉਹਨੇ ਭਾਵੇਂ ਉਹ ਦਲਿਤ ਹੈ, ਭਾਵੇਂ ਉਹ ਔਰਤ ਹੈ, ਭਾਵੇਂ ਕੋਈ ਹੋਰ ਸੈਕਸ਼ਨ ਆ, ਉਹਦਾ ਫਰਜ਼ ਹੁੰਦਾ ਉਸ ਦੀ ਪੀੜ ਨੂੰ ਬਿਆਨ ਕਰਨਾ, ਕਿਉਂਕਿ ਉਹ ਜ਼ਰੀਆ ਹੁੰਦਾ ਹੈ ਜੀ ਹਰੇਕ ਕਿਸਮ ਦੀ ਪੀੜ ਨੂੰ ਬਿਆਨ ਕਰਨ ਦਾ। ਸੋ ਮੈਂ ਜਿਹੜੀ ਹੈਗੀ ਆ ਔਰਤ ਬਾਰੇ ਜਿਹੜੀ ਨਜ਼ਮ ਆ ਜੀ, ਇਰਸ਼ਾਦ, ਉਹ ਜਿਹੜੀ ਮੇਰੀ ਕਾਫੀ ਇੱਕ ਕਿਸਮ ਦੀ ਆਈਕਨ ਬਣ ਜਾਂਦੀ ਹੈ, ਜਿਵੇਂ ਬੰਦੇ ਦੀ ਕੋਈ ਉਹਦੀ ਪਹਿਚਾਣ ਬਣ ਜਾਂਦੀ ਹੈ। ਉਹ ਇਹ ਨਜ਼ਮ ਬਹੁਤ ਜ਼ਿਆਦਾ ਸਲਾਈ ਗਈ ਆ, ਬਹੁਤ ਇਹ ਤਰਜਮਾ ਹੋਇਆ ਇਹਦਾ ਉਰਦੂ ਦੇ ਵਿੱਚ, ਸਿੰਧੀ ਦੇ ਵਿੱਚ, ਹੋਰ ਜ਼ਬਾਨਾਂ 'ਚ, ਪਾਕਿਸਤਾਨ ਤੱਕ। ਤੇ ਮੈਂ ਉਹੋ ਹੀ ਤੁਹਾਡੇ ਸਾਹਮਣੇ ਪੇਸ਼ ਕਰਦਾ ਜੀ ਜੀ ਜੀ। ਨਜ਼ਮ ਹੈ ਪਾਣੀ ਦੇ ਜਿਸਮ ਵਾਲੀ ਔਰਤ। ਔਰਤ ਦਾ ਜਿਸਮ ਪਾਣੀ ਦਾ ਬਣਿਆ ਹੁੰਦਾ ਹੈ, ਉਸ ਨੂੰ ਛੂਹਿਆ ਤਾਂ ਜਾ ਸਕਦਾ ਹੈ, ਫੜਿਆ ਨਹੀਂ ਜਾ ਸਕਦਾ। ਕਿਆ ਬਾਤ। ਉਸ ਨਾਲ ਤਰਲ ਹੋ ਕੇ ਰਲਿਆ ਜਾ ਸਕਦਾ ਹੈ, ਉਸ ਨੂੰ ਕਲਾਵੇ ਵਿੱਚ ਨਹੀਂ ਲਿਆ ਜਾ ਸਕਦਾ। ਕਲਾਵੇ ਵਿੱਚ ਮਹਿਸੂਸ ਹੁੰਦਾ ਉਸ ਦਾ ਵਜੂਦ, ਮਹਿਜ ਇੱਕ ਛਲਾਵਾ ਹੁੰਦਾ ਹੈ। ਕਿਆ ਔਰਤ ਦੇ ਤਨ ਤੱਕ ਪਹੁੰਚਣ ਦਾ ਪੈਂਡਾ ਉਸ ਦੇ ਮਨ ਦੀਆਂ ਪਗਡੰਡੀਆਂ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ। ਸ਼ਾਹਰਾਹਾਂ ਰਾਹੀਂ ਸਿੱਧੇ ਔਰਤ ਦੇ ਤਨ ਤੱਕ ਪਹੁੰਚਣ ਵਾਲੇ ਸ਼ਾਹ ਸਵਾਰ ਅਕਸਰ ਉਸ ਦੇ ਮਨ ਚੋਂ ਡਿੱਗ ਜਾਂਦੇ ਨੇ। ਔਰਤ ਦਾ ਜਿਸਮ ਪਾਣੀ ਦਾ ਬਣਿਆ ਹੁੰਦਾ ਹੈ, ਉਸ ਤੱਕ ਪਹੁੰਚਣ ਲਈ ਪਾਣੀ ਬਣਨਾ ਪੈਂਦਾ ਹੈ। ਜੇ ਤੁਹਾਨੂੰ ਉਸ ਦੀਆਂ ਅੱਖਾਂ ਦੇ ਖਾਰੇ ਸਮੁੰਦਰਾਂ 'ਚ ਤੈਰਨ ਦੀ ਜਾਚ ਹੈ ਤਾਂ ਉਹ ਤੁਹਾਨੂੰ 7 ਸਮੁੰਦਰਾਂ ਤੋਂ ਵੀ ਅਗਾਂਹ ਦੀ ਸੈਰ ਕਰਵਾ ਸਕਦੀ ਹੈ। ਕਿਆ ਬਹੁਤ ਸੋਹਣਾ। ਅਦਭੁਤ ਟਾਪੂਆਂ ਦੇ ਅਲੌਕਿਕ ਦ੍ਰਿਸ਼ ਵਿਖਾ ਸਕਦੀ ਹੈ, ਜਿੱਥੇ ਸਿਰਫ ਹਵਾ ਤੇ ਪਰਿੰਦੇ ਬੋਲਦੇ ਨੇ। ਸਦੀਆਂ ਸਦੀਆਂ ਤੋਂ ਰਿਸ਼ੀਆਂ ਵਾਂਗ ਖੜੇ ਪਹਾੜਾਂ ਦੀ ਚੁੱਪ ਦੀ ਆਵਾਜ਼ ਸੁਣਾਈ ਦਿੰਦੀ ਹੈ। ਚੋਟੀਆਂ ਤੋਂ ਵਹਿੰਦੇ ਝਰਨਿਆਂ ਦੀ ਕਲਕਲ ਰੂਹ ਨੂੰ ਝਰਨਾਟ ਛੇੜਦੀ ਹੈ, ਜਿੱਥੇ 4 ਚਫੇਰੇ ਉਕਰੀ ਹਰੀ ਕਚੂਰ ਇਬਾਰਤ ਤੁਹਾਨੂੰ ਮਹਾਂਸੁੰਨ 'ਚ ਲੈ ਜਾਂਦੀ ਹੈ। ਤੇ ਤੁਸੀਂ ਆਪਣੇ ਆਪ 'ਚ ਤੈਰਨ ਲੱਗਦੇ ਹੋ। ਔਰਤ ਦੇ ਹਾਸਿਆਂ ਦੇ ਸ਼ਰਾਟਿਆਂ ਦੇ ਗੀਤ ਮਾਣਨ ਲਈ ਉਸ ਦੇ ਹੌਕੇ ਹਟਕੋਰਿਆਂ ਦਾ ਵਿਰਾਗਮਈ ਸੰਗੀਤ ਵੀ ਸੁਣਨਾ ਪੈਂਦਾ ਹੈ। ਜੇ ਤੁਸੀਂ ਉਸ ਦੀ ਜ਼ਿੰਦਗੀ 'ਚ ਮੀਲਾਂ ਤੀਕ ਫੈਲੇ ਖੁਸ਼ਕ ਮਾਰੂ ਥਲਾਂ 'ਚ
ਉਸ ਦੇ ਨਾਲ ਤੁਰਦੇ ਹੋ ਤਾਂ ਫਿਰ ਉਹ ਤੁਹਾਨੂੰ ਕਦੀ ਕੋਹ-ਕਾਫ ਦੇ ਪਰੀਦੇਸ਼ ਤੇ ਕਦੀ ਆਕਾਸ਼ ਗੰਗਾ 'ਚ ਉਡਾ ਕੇ ਲਿਜਾ ਸਕਦੀ ਹੈ। ਬਹੁਤ ਸੋਹਣਾ। ਔਰਤ ਅਸੰਖ ਤਹਾਂ 'ਚ ਬੇਅੰਤ ਜ਼ਿੰਦਗੀਆਂ ਜਿਉਂਦੀ ਹੈ ਤੇ ਇਹਨਾਂ ਸਾਰੀਆਂ ਤਹਾਂ ਦੀਆਂ ਪੌੜੀਆਂ ਉਤਰਨਾ ਹਾਰੀ ਸਾਰੀ ਦੇ ਵਸ ਨਹੀਂ ਹੁੰਦਾ। ਔਰਤ ਨੂੰ ਜਿਸਮ ਸਮਝ ਕੇ ਮਿਲਣ ਵਾਲੇ ਮਰਦ ਅੰਮ੍ਰਿਤ ਪਾਨ ਦੀ ਬਜਾਏ ਉਸ ਦੇ ਪਹਿਲੇ ਪੱਤਣਾਂ ਦੇ ਗੰਧਲੇ ਪਾਣੀਆਂ 'ਚ ਹੀ ਡੁੱਬ ਮਰਦੇ ਨੇ। ਖੁੰਖਾਰੀ ਹੰਕਾਰੀ ਤੇ ਹੁਕਮਰਾਨ ਲਹਿਜੇ ਵਾਲੇ ਔਰਤ ਦੇ ਵਜੂਦ ਦੀਆਂ ਬਰੂਹਾਂ ਦੇ ਬਾਹਰ ਖਲੋਤੇ ਹੀ ਚੇਤੂ ਹੋਣ ਦਾ ਭਰਮ ਪਾਲੀ ਰੱਖਦੇ ਨੇ। ਔਰਤ ਨੂੰ ਮਿਲਣ ਲਈ ਜੇਤੂ ਜਰਨੈਲ ਵਾਂਗ ਨਹੀਂ, ਔਰਤ ਨੂੰ ਮਿਲਣ ਲਈ ਕਿਸੇ ਜੇਤੂ ਜਰਨੈਲ ਵਾਂਗ ਨਹੀਂ, ਬਲਕਿ ਕਿਸੇ ਮੁਕੱਦਸ ਸਥਾਨ ਦੀ ਜ਼ਿਆਰਤ ਕਰਨ ਆਏ ਫਕੀਰ ਵਾਂਗ ਜੁੱਤੀ ਬਾਹਰ ਲਾ ਕੇ ਆਉਣਾ ਪੈਂਦਾ ਹੈ। ਬਹੁਤ ਸੋਹਣਾ। ਉਸ ਦੇ ਮਨ ਦੇ ਮਾਨ ਸਰੋਵਰਾਂ 'ਚ ਇਸ਼ਨਾਨ ਕਰਨਾ ਪੈਂਦਾ ਹੈ, ਸਤਿਕਾਰ ਨਾਲ ਪਰਿਕਰਮਾ ਕਰਨੀ ਪੈਂਦੀ ਹੈ। ਔਰਤ ਤਨ ਜੀਵ ਨਹੀਂ, ਮਨ ਜੀਵ ਹੈ। ਔਰਤ ਜ਼ਿੰਦਗੀ ਨਹੀਂ, ਜਜ਼ਬੇ ਜੀਂਦੀ ਹੈ। ਔਰਤ ਨੂੰ ਮਿਲਣ ਲਈ ਮਰਦ ਨਹੀਂ, ਔਰਤ ਬਣਨਾ ਪੈਂਦਾ ਹੈ। ਔਰਤ ਨੂੰ ਮਿਲਣ ਲਈ ਬੰਦੇ ਜਿੱਡਾ ਨਹੀਂ, ਕਾਇਨਾਤ ਜਿੱਡਾ ਬਣਨਾ ਪੈਂਦਾ। ਕੀ ਬਾਤ ਹੈ। ਬਹੁਤ 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 ਹੀ ਖੂਬਸੂਰਤ। ਸ਼ੁਕਰੀਆ। ਤੁਸੀਂ ਕਿੰਨੀ ਸੂਖਮਤਾ ਦੇ ਨਾਲ, ਕਿੰਨੀ ਕੋਮਲਤਾ ਦੇ ਨਾਲ ਦੇਖੋ ਸ਼ਬਦ ਜੋੜੇ ਨੇ, ਅਹਿਸਾਸ ਇਕੱਠੇ ਕਰੇ ਨੇ ਤੇ ਉਹਨਾਂ ਨੂੰ ਇੱਕ ਮੈਂ ਸ਼ਬਦ ਨਹੀਂ ਮੇਰੇ ਕੋਲ ਇਹਦੀ ਤਾਰੀਫ ਲਈ। ਸ਼ੁਕਰੀਆ। ਇੱਕ ਸਵਾਲ, ਮਰਦ ਜਦੋਂ ਔਰਤ ਬਾਰੇ ਲਿਖਦਾ ਤਾਂ ਉਹਨੂੰ ਦੇਵੀ ਬਣਾ ਦਿੰਦਾ, ਪਰ ਜਦੋਂ ਔਰਤ ਮਰਦ ਬਾਰੇ ਲਿਖਦੀ ਆ ਤਾਂ ਉਹਨੂੰ ਦਾਨਵ ਬਣਾ ਦਿੰਦੀ ਆ। ਕੀ ਕਹੋਗੇ ਇਹਦੇ ਬਾਰੇ? ਇਸ ਤਰ੍ਹਾਂ ਹੈ ਕਿ ਜਿਹੜੀਆਂ ਹਾਲਾਤ ਹੁੰਦੇ ਆ ਨਾ, ਉਹ ਬੰਦੇ ਨੂੰ ਉਹੀ ਬਣਾਉਂਦੇ ਆ। ਔਰਤ ਦੇ ਨਾਲ ਸਦੀਆਂ ਤੋਂ ਜਿੰਨਾ ਧੱਕਾ ਹੋਇਆ, ਮੈਂ ਸਮਝਦਾ ਕਿ ਉਸ ਦਾ ਕਾਰਨ ਇਹ ਹੈ ਕਿ ਔਰਤ, ਖਾਸ ਤੌਰ 'ਤੇ ਰਾਈਟਰ ਜਿਹੜੀਆਂ ਹੈਗੀਆਂ, ਉਹਨਾਂ ਨੇ ਜਿਹੜੀ ਹੈਗੀ ਆ ਔਰਤ ਦੀ ਉਸ ਸਥਿਤੀ ਨੂੰ ਜ਼ਿਆਦਾ ਬਿਆਨ ਕੀਤਾ ਜਿਹੜੀ ਸਥਿਤੀ ਦੇ ਵਿੱਚ ਸਮਾਜ ਨੇ ਉਹਨਾਂ ਨਾਲ ਧੱਕਾ ਕੀਤਾ। ਪਰ ਮੈਂ ਇਹ ਸਮਝਦਾ ਕਿ ਦੋਨੋਂ ਧਿਰਾਂ ਨੂੰ ਨਾਲ ਚੱਲਣ ਨਾਲ ਹੀ ਜ਼ਿੰਦਗੀ ਜਿਹੜੀ ਹੈਗੀ ਹੈ ਸਹਿਜ ਬਣਦੀ ਹੈ। ਕਿਸੇ ਨੂੰ ਇੱਕ ਜੈਂਡਰ ਨੂੰ ਰਿਜੈਕਟ ਕਰਨਾ ਜਿਹੜਾ ਹੈਗਾ ਮੇਰੀ ਪੋਇਟਰੀ ਦਾ ਥੀਸਿਸ ਨਹੀਂ ਹੈਗਾ। ਮੈਂ ਉਸ ਕਿਸਮ ਦੇ ਫੈਮਿਨਿਜ਼ਮ ਦੇ ਹੱਕ 'ਚ ਨਹੀਂ ਹੈਗਾ ਜਿਹੜਾ ਐਂਟੀ ਮੇਲ ਹੈ। ਮੈਂ ਸਮਝਦਾ ਕਿ ਮਰਦ ਵੀ ਜਿਹੜਾ ਹੈਗਾ ਜ਼ਿੰਮੇਵਾਰ ਨਹੀਂ ਹੈਗਾ ਕਿਸੇ ਚੀਜ਼ ਲਈ। ਮਰਦ ਪ੍ਰਧਾਨ ਵਿਵਸਥਾ ਜਿਹੜੀ ਹੈਗੀ ਆ ਜ਼ਿੰਮੇਵਾਰ। ਸਾਨੂੰ ਵਿਵਸਥਾ ਨੂੰ ਅਟੈਕ ਕਰਨਾ ਚਾਹੀਦਾ। ਇੱਕ ਬੰਦਾ, ਇੱਕ ਮਰਦ ਵਾਂਗੂ ਕਿਉਂ ਬਿਹੇਵ ਕਰਦਾ? ਕਿਉਂਕਿ ਉਹਦੇ ਅੰਦਰ ਸੌਫਟਵੇਅਰ ਹੀ ਸੋਸਾਇਟੀ ਨੇ ਮਰਦ ਵਾਲਾ ਪਾਇਆ। ਉਹਦੇ ਅੰਦਰ ਦੂਸਰੇ ਜੈਂਡਰ ਨੂੰ ਰਿਸਪੈਕਟ ਕਰਨ ਵਾਲਾ ਨਹੀਂ ਸੌਫਟਵੇਅਰ ਪਾਇਆ। ਤਾਂ ਸਮਾਜ ਨੂੰ ਅਟੈਕ ਕਰਨ ਦੀ ਲੋੜ ਆ, ਮੇਲ ਨੂੰ ਅਟੈਕ ਕਰਨ ਦੀ ਲੋੜ ਨਹੀਂ ਹੈਗੀ। ਮੇਰੀ ਇਹ ਮਤਲਬ ਆਪਣਾ ਸੋਚ ਕਿ ਬੈਲੈਂਸ ਅਪਰੋਚ ਦੀ ਬਹੁਤ ਜ਼ਰੂਰਤ ਹੈ। ਮੈਂ ਪੁੱਛਣਾ ਚਾਹ ਰਿਹਾ ਸੀ ਸਵਾਲ ਕਿ ਬੜਾ ਕੁਝ ਲਿਖਿਆ, ਜਿਹੜਾ ਔਰਤਾਂ ਬਾਰੇ ਵੀ ਲਿਖਿਆ, ਵੀ ਔਰਤਾਂ ਨਾਲ ਹੁੰਦੇ ਧੱਕੇ ਬਾਰੇ ਵੀ ਲਿਖਿਆ, ਸਮਾਜਿਕ ਕੁਰੀਤੀਆਂ ਬਾਰੇ ਲਿਖਿਆ। ਬਹੁਤ ਲੇਖਕਾਂ ਨੇ ਬੜੇ ਸਮੇਂ ਤੋਂ ਲਿਖਦੇ ਆ ਰਹੇ ਨੇ ਸਮਾਜਿਕ ਕੁਰੀਤੀਆਂ ਦੇ ਉੱਤੇ। ਇਹ ਜਿਹੜੀਆਂ ਲਿਖਤਾਂ ਨੇ, ਚਾਹੇ ਉਹ ਊਚ ਨੀਚ ਦਾ ਫਰਕ ਹੋਵੇ, ਚਾਹੇ ਉਹ ਦਲਿਤ ਭਾਈਚਾਰੇ ਨਾਲ ਹੁੰਦਾ ਧੱਕਾ ਹੋਵੇ, ਜਾਂ ਕਹਿ ਲਓ ਵੀ ਹਕੂਮਤ ਦੇ ਖਿਲਾਫ ਹੋਵੇ, ਕੋਈ ਵੀ ਸਮਾਜਿਕ ਕੁਰੀਤੀ ਆ ਉਹਦੇ 'ਤੇ ਰਾਈਟਰਾਂ ਨੇ, ਲੇਖਕਾਂ ਨੇ, ਸ਼ਾਇਰਾਂ ਨੇ ਬੜਾ ਕੁਝ ਲਿਖਿਆ। ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਆਪਣੇ ਗੁਰੂ ਨਾਨਕ ਦੇਵ ਜੀ ਨੇ ਵੀ ਇਤੀ ਮਾਰ ਪਈ ਕੁਰਲਾਏ ਤੈਂ ਕੀ ਦਰਦ ਨਾ ਆਇਆ, ਜਾਂ ਕਹਿ ਲਓ ਵੀ ਮਾਨਸਕੀ ਉਹ ਔਰਤ ਲਈ ਲਿਖਿਆ ਸੀਗਾ, ਜਿਤ ਜੰਮੇ ਰਾਜਾਨ ਸੋ ਕੋ ਮੰਦਾ ਆਖੀਏ। ਇੰਨਾ ਕੁਝ ਲਿਖਿਆ ਗਿਆ ਹੁਣ ਤੱਕ, ਕਿੰਨਾ ਕੁ ਫਰਕ ਪਿਆ ਸਮਾਜ, ਕਿੰਨਾ ਕੁ ਸੁਧਰਿਆ? ਦੇਖੋ, ਇਸ ਤਰ੍ਹਾਂ ਹੁੰਦਾ ਹੈ, ਲੇਖਕ ਦਾ ਕੰਮ ਔਰ ਲੇਖਕ ਦਾ ਹਥਿਆਰ ਕਲਮ ਹੁੰਦੀ ਹੈ। ਕਲਮ ਦੀ ਤਾਕਤ ਜਿਹੜੀ ਹੈਗੀ ਆ ਉਹ ਆਮ ਕਿਹਾ ਜਾਂਦਾ, ਔਰ ਮੈਂ ਵਿਸ਼ਵਾਸ ਰੱਖਦਾ ਕਿ ਉਹ ਹਥਿਆਰ ਦੇ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਤੁਹਾਡੀ ਇੱਕ ਕਵਿਤਾ ਵੀ ਹੈਗੀ ਆ ਵੀ ਉਦਮ ਸਿੰਘ ਨੇ ਹਥਿਆਰ ਨਹੀਂ ਵਿਚਾਰ ਚਲਾਇਆ ਸੀ। ਵਿਚਾਰ ਚਲਾਇਆ ਸੀ।
ਤੋ ਵਿਚਾਰ ਜਿਹੜੀ ਹੈਗੀ ਆ ਨਾ, ਵਿਚਾਰ ਹੀ ਹਰੇਕ ਚੀਜ਼ ਦਾ ਬੀਜ ਹੁੰਦਾ ਹੈ। ਤੁਸੀਂ ਵੇਖੋ ਕਿ ਗੁਰੂ ਨਾਨਕ ਦੇਵ ਜੀ ਸਾਡੀ ਜਿਹੜੀ ਰਾਈਟਰਾਂ ਦੀ ਜਾਂ ਪੰਜਾਬ ਦੀ ਸਭ ਤੋਂ ਵੱਡੀ ਇਨਸਪੀਰੇਸ਼ਨ ਦਾ ਸੋਰਸ ਆ, ਉਹ ਸਾਡੇ ਗੁਰੂ ਤੇ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਫਲਸਫਾ ਪਿਆ ਸਾਂਝੀਵਾਲਤਾ ਦਾ, ਬਰਾਬਰਤਾ ਦਾ, ਔਰਤ ਦੇ ਮਤਲਬ ਬਰਾਬਰਤਾ ਦਾ, ਛੋਟੇ ਭਾਈਚਾਰਿਆਂ, ਦਲਿਤ ਭਾਈਚਾਰਿਆਂ ਦੇ, ਨਿਮਨ ਵਰਗਾਂ ਦੇ ਨਾਲ ਬਰਾਬਰਤਾ ਦਾ, ਸਾਡੀ ਉਹ ਇਨਸਪੀਰੇਸ਼ਨ ਹੈ ਔਰ ਬਹੁਤ ਵੱਡੀ ਇਨਸਪੀਰੇਸ਼ਨ ਆ ਸਾਡੇ ਕੋਲ ਉਹ। ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜਾਂ ਜਿਹੜੀ ਸਿੱਖੀਜ਼ਮ ਆ ਉਹਦਾ ਸਹੀ ਮਤਾਲਿਆ ਨਹੀਂ ਹੋਇਆ ਵੈਸੇ ਆਮ ਤੌਰ ਤੇ। ਜਿਹੜਾ ਸਭ ਤੋਂ ਇੰਪੋਰਟੈਂਟ ਸਾਡਾ ਇਨਕਲਾਬੀ ਕੰਮ ਜਾਂ ਇਨਕਲਾਬੀ ਜਿਹੜਾ ਵੱਢ ਪੈਂਦਾ ਹੈਗਾ ਉਹ ਸਿੱਖੀਜ਼ਮ ਤੋਂ ਬਾਅਦ ਪੈਂਦਾ, ਜਦੋਂ ਉਹ ਇਹ ਫਾਊਂਡੇਸ਼ਨ ਰੱਖਦੇ ਆ। ਗੁਰੂ ਨਾਨਕ ਦੇਵ ਜੀ ਪਹਿਲੇ ਬੰਦੇ ਆ, ਪਹਿਲੇ ਗੁਰੂ ਹੈ ਜਿਹੜੇ ਪਹਿਲਾਂ ਚੱਲੀ ਆ ਰਹੀ ਜੋਗੀਆਂ ਨਾਥਾਂ ਤੋਂ ਜਿਹੜੀ ਸਾਡੀ ਪਰੰਪਰਾ ਸੀ ਉਹ ਐਂਟੀ ਫੀਮੇਲ ਸੀ, ਉਹ ਔਰਤ ਨੂੰ ਮਾੜਾ ਸਮਝਦੇ ਸੀ ਜੀ। ਉਸ ਤੋਂ ਬਾਅਦ ਇਹ ਟ੍ਰੈਡੀਸ਼ਨ ਸਮਾਜ ਦੇ ਵਿੱਚ ਵੀ ਚੱਲੀ ਆ ਰਹੀ ਸੀ, ਈਵਨ ਕਿ ਜਿਹੜੀ ਸਾਡੀ ਵੇਦ ਸ਼ਾਸਤਰ ਸੀ ਉਹਨਾਂ ਦੇ ਵਿੱਚ ਵੀ ਛੋਟੇ ਭਾਈਚਾਰਿਆਂ ਨੂੰ ਤੇ ਔਰਤਾਂ ਨੂੰ ਥੱਲੇ ਰੱਖਿਆ ਜਾਂਦਾ ਸੀ। ਤੁਲਸੀਦਾਸ ਦੀਆਂ ਬਹੁਤ ਸਾਰੀਆਂ ਸਤਰਾਂ ਨੇ ਇੱਦਾਂ ਨੇ ਕਿ ਔਰਤ ਨੂੰ ਤੇ ਜਿਹੜਾ ਹੈਗਾ ਸ਼ੂਦਰ ਨੂੰ ਤੇ ਇਹਨਾਂ ਨੂੰ ਜਿਹੜਾ ਹੈਗਾ ਅਧਿਕਾਰੀ, ਹਾਂ ਇਹ ਸਾਰੇ ਜਿਹੜੇ ਤਾੜਨ ਦੇ ਅਧਿਕਾਰੀ ਤੇ ਆਪਣੇ ਫੋਕ ਚ ਬੜਾ ਕੁਝ ਪਿਆ, ਬਹੁਤ ਕੁਝ ਹੈ। ਉਹ ਕਹਿੰਦੇ ਲਾੜ ਨਾਲ ਬੇਟੀ ਨੂੰ ਮਲਾਈ ਖਾ ਕੇ ਪਾਲੀਏ ਨਾ, ਪੁੱਤ ਖਾਵੇ ਮੱਖਣੀ ਤਾਂ ਖਾਣ ਤੋਂ ਹਟਾਉਣਾ। ਬਿਲਕੁਲ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਵਿਚਾਰ ਆ ਉਹ ਉਹ ਨਹੀਂ ਹੁੰਦੀ ਹੈ ਅਗਲੀ ਜਿਹੜੀ ਇਨਕਲਾਬੀ ਚੇਂਜ ਲਾਉਣ ਦੀ। ਸੋ ਗੁਰੂ ਨਾਨਕ ਦੇਵ ਜੀ ਨੇ ਪਿਛਲੇ ਚੀਜ਼ਾਂ ਤੋਂ ਉਲਟ ਜਾ ਕੇ ਔਰਤ ਦੇ ਹੱਕ 'ਚ ਪਹਿਲੀ ਵਾਰੀ ਨਾਰਾ ਬੁਲੰਦ ਕੀਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਔਰ ਹੋਰ ਵੀ ਬਹੁਤ ਸਾਰੀਆਂ ਤੁਕਾਂ ਵੀ ਗੁਰੂ ਸਾਹਿਬ ਨੇ ਮੁੱਢ ਬੰਨਤਾ ਚੇਂਜ ਦਾ। ਔਰ ਉਹ ਜਿਹੜਾ ਚੇਂਜ ਆ ਉਹ ਮੈਂ ਕਹਿੰਦਾ ਕਿ ਉਸ ਹਾਲਾਤ ਦੇ ਵਿੱਚ ਜਦੋਂ ਕਿ ਔਰਤ ਦੇ ਬਾਰੇ ਸੋਚਣਾ ਵੀ ਇਦਾਂ, ਉਦੋਂ ਪ੍ਰਾਇੋਰਟੀ ਨਹੀਂ ਸੀ, ਉਦੋਂ ਪ੍ਰਾਇੋਰਟੀਆਂ ਹੋਰ ਸੀ, ਪਰ ਉਦੋਂ ਵੀ ਉਹਨਾਂ ਨੇ 550 ਸਾਲ ਪਹਿਲਾਂ ਇਹ ਗੱਲ ਕਹੀ। ਉਸ ਨੂੰ ਵਿਚਾਰ ਦੀ ਤੰਦ ਨੂੰ ਹੀ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ। ਇਹ ਗੱਲ ਬਹੁਤ ਵੱਡੀ ਹੈ ਕਿ ਪੰਜਾਬ ਨੇ ਜਿਹੜਾ ਫੈਮਿਨਿਸਟ ਐਂਗਲ ਦਾ ਨਾਰਾ ਜਿਹੜਾ ਯੂਰਪ ਨੇ ਹੁਣ ਮਾਰਿਆ ਜਾ ਕੇ 18ਵੀਂ ਸਦੀ 'ਚ, ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ 14ਵੀਂ ਸਦੀ ਵਿੱਚ ਮਾਰ ਦਿੱਤਾ ਸੀਗਾ। ਸੋ ਅਸੀਂ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨੂੰ ਆਪਣੇ ਟ੍ਰੈਡੀਸ਼ਨ ਦੀਆਂ ਨੂੰ ਆਮ ਤੌਰ ਤੇ ਹਾਈਲਾਈਟ ਨਹੀਂ ਕਰਦੇ। ਸਾਡੀ ਅਗਿਆਨਤਾ ਵੀ ਹੁੰਦੀ ਆ, ਸਾਡੀ ਕਈ ਵਾਰੀ ਉਹਨਾਂ ਬਾਰੇ ਸਮਝ ਵੀ ਘੱਟ ਹੁੰਦੀ ਆ। ਮੈਂ ਸਮਝਦਾ ਕਿ ਪੰਜਾਬ ਦਾ ਜਿਹੜਾ ਦੋ ਗੱਲਾਂ ਬਹੁਤ ਵੱਡੀਆਂ ਪੰਜਾਬ ਨੇ ਕੀਤੀਆਂ, ਔਰਤ ਦੇ ਬਾਰੇ ਲਿਖਤ ਦੇ ਵਿੱਚ ਇਨ ਪ੍ਰਿੰਸੀਪਲ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਫੈਮਿਨਿਸਟ ਐਂਗਲ ਲਿਆਂਦਾ, ਗੁਰੂ ਆਪ ਮੇਲ ਸੀਗੇ ਜੀ, ਉਹਨਾਂ ਨੇ ਫੈਮਿਨਿਸਟ ਐਂਗਲ ਲਿਆਂਦਾ ਉਹਦੇ 'ਚ ਗੁਰਬਾਣੀ ਦੇ ਵਿੱਚ। ਦੂਸਰਾ ਵੱਡਾ ਉਹਨਾਂ ਨੇ ਕੰਮ ਕੀਤਾ ਸੀ ਕਿ ਜਿਹੜਾ ਹਿਊਮਨ ਰਾਈਟਸ ਦਾ ਐਂਗਲ ਆ, ਹਿਊਮਨ ਰਾਈਟਸ ਦਾ ਜਿਹੜਾ ਲਿਬਰਟੀ ਦਾ ਬੁੱਤ ਆ ਉਹ ਤਾਂ ਹੁਣ ਬਣਦਾ ਯੂਰਪ ਦੇ ਵਿੱਚ ਜਾ ਕੇ। ਸਾਡੇ ਜਿਹੜੇ ਹੈਗੇ ਆ ਗੁਰੂ, 9ਵੇਂ ਗੁਰੂ ਨੇ ਹਿਊਮਨ ਰਾਈਟਸ ਦਾ ਝੰਡਾ ਬੁਲੰਦ ਆਪਣੀ ਕੁਰਬਾਨੀ ਦੇ ਕੇ ਪ੍ਰੈਕਟੀਕਲੀ 1600 ਸਦੀ ਤੋਂ ਪਹਿਲਾਂ 15ਵੀਂ 16ਵੀਂ ਸਦੀ ਦੇ ਵਿੱਚ ਕਰਤਾ ਸੀ। ਹਾਂਜੀ। ਸੋ ਅਸੀਂ ਜਿਹੜੇ ਹੈਗੇ ਆ ਉਹਨਾਂ ਤੋਂ ਬਹੁਤ ਅੱਗੇ ਆ। ਕੀ ਅਸੀਂ ਗੁਰੂਆਂ ਦੇ ਉਹ ਫਲਸਫੇ ਨੂੰ ਉਸ ਲੈਵਲ ਤੇ ਲੈ ਕੇ ਜਾ ਪਾਏ ਅੱਗੇ ਕਿ ਨਹੀਂ? ਹਾਂ, ਦੇਖੋ ਗੱਲ ਇਹ ਆ ਕਿ ਉਸ ਹੱਦ ਤੱਕ ਤਾਂ ਨਹੀਂ ਲੈ ਕੇ ਜਾ ਪਾਏ ਜਿਸ ਹੱਦ ਤੱਕ ਉਹਨਾਂ ਨੇ ਕੰਟਰੀਬਿਊਸ਼ਨ ਦਿੱਤੇ ਸੀਗੇ, ਲੇਕਿਨ ਫਿਰ ਵੀ ਮੈਂ ਇਹ ਸਮਝਦਾ ਕਿ ਪੰਜਾਬ ਦਾ ਰੋਲ ਬਾਕੀ ਸੂਬਿਆਂ ਨਾਲੋਂ, ਬਾਕੀ ਖਿੱਤਿਆਂ ਨਾਲੋਂ ਪੰਜਾਬ ਦੇ ਰਾਈਟਰ ਦਾ ਰੋਲ ਵੀ ਬੈਟਰ ਹੈਗਾ। ਤੇ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕਿੰਨੀ ਕੁ ਚੇਂਜ ਆਈ, ਉਹਦੇ ਬਾਰੇ ਮੈਂ ਇਹ ਸਮਝਦਾ ਕਿ ਜੇ ਇੰਨਾ ਕੁਝ ਵੀ ਨਾ ਲਿਖਿਆ ਜਾਂਦਾ ਨਾ ਤਾਂ ਹਾਲਾਤ ਇਸ ਤੋਂ ਵੀ ਮਾੜੇ ਹੋਣੇ ਸੀਗੇ। ਮੈਨੂੰ ਇਸ 'ਚ ਨਾਨਕ ਸਿੰਘ ਦੀ ਇੱਕ ਬੜੀ ਵਧੀਆ ਗੱਲ ਹੈ, ਮੈਂ ਕੋਟ ਕਰਨਾ ਚਾਹੂੰਗਾ। ਉਹ ਆਮ ਤੌਰ ਤੇ ਹਰ ਸਾਲ ਡਲਹੌਜੀ ਜਾਂਦੇ ਸੀ ਜਦੋਂ ਉਹ ਨਾਵਲ ਇੱਕ ਫਾਈਨਲ ਕਰਨਾ ਹੁੰਦਾ ਸੀ ਉਹਨਾਂ ਨੇ, ਤੇ ਡਲਹੌਜੀ ਉਹ ਰਹਿੰਦੇ ਸੀ, ਉੱਥੇ ਉਹਨਾਂ ਨੇ ਆਪਣਾ ਜਿਹੜਾ ਕਮਰਾ ਲਿਆ ਸੀ ਤੇ ਪੱਕਾ ਹੀ ਉਹਨਾਂ ਦਾ ਇੱਕ ਕੰਮ ਵਾਲੀ ਸੀ, ਝਾੜੂ ਮਾਰਦੀ ਸੀ, ਸਫਾਈ ਕਰਦੀ ਸੀ, ਤੇ ਉਹਨਾਂ ਨੂੰ ਕਈ ਸਾਲ ਆਉਂਦੇ ਰਹੇ। ਜਦੋਂ ਇਹਨਾਂ ਨੇ ਇੱਕ ਵਾਰੀ ਇਹੋ ਹੀ ਸਵਾਲ ਜਿਹੜਾ ਤੁਸੀਂ ਮੈਨੂੰ ਕੀਤਾ ਉਹਨੇ ਨਾਨਕ ਸਿੰਘ ਨੂੰ ਕੀਤਾ ਕਿ ਆਪ हर साल यहाँ आते हो, एक नावल लिखते हो, ले जाते हो, समाज में तो कोई फ़र्क पड़ा नहीं है। तो उन्होंने कहा कि तू देख रोज़ आनी है, झाड़ू मार दी चले जानी है, तू सोच के महीना झाड़ू ना मारे तो घर का की हाल हो जू।
ਸੋ ਰਾਈਟਰ ਵੀ ਉਹੀ ਕੰਮ ਕਰਦਾ ਕਿ ਜੇ ਉਹ ਇੰਨਾ ਵੀ ਨਾ ਕਰਦਾ ਤੇ ਸਮਾਜ ਦਾ ਇਸ ਤੋਂ ਵੀ ਹਾਲ ਮਾੜਾ ਹੋਣਾ ਸੀਗਾ ਵੀ ਜਿਹੜਾ ਲਿਖਿਆ ਗਿਆ ਜਾਂ ਕੁਝ ਹੋਇਆ ਤਾਂ ਉਹਦੇ ਨਾਲ ਕੁਝ ਨਾ ਕੁਝ ਸੁਧਰਿਆ, ਬਹੁਤ ਸੁਧਰਿਆ। ਤੁਸੀਂ ਦੇਖੋ ਵਿਮਨ ਦੀ ਜਿਹੜੀ ਹੈਗੀ ਆ ਇੰਪਾਵਰਮੈਂਟ ਹੋਈ ਆ, ਵਿਮਨ ਆਪ ਅਵੇਅਰ ਹੋਈ ਆ। ਪਰ ਇੱਕ ਮੈਂ ਹੁਣੇ ਸਵਾਲ ਮੇਰੇ ਦਿਮਾਗ 'ਚ ਆਇਆ, ਕਹਿੰਦੇ ਬੇਟੀ ਪੜ੍ਹਾਓ ਬੇਟੀ ਬਚਾਓ ਵਾਲਾ ਸਲੋਗਨ ਚੱਲ ਰਿਹਾ ਇੰਡੀਆ ਦੇ ਵਿੱਚ, ਦੂਜੇ ਪਾਸੇ ਇੱਕ ਖਬਰ ਪਿੱਛੇ ਜੇ ਆ ਰਹੀ ਹੈ, ਇੱਕ ਬੰਦਾ ਆਪਦੀ ਵਾਈਫ ਨੂੰ ਪੜ੍ਹਾਉਂਦਾ ਤੇ ਉਹ ਗਜ਼ਟਡ ਆਫੀਸਰ ਲੱਗ ਜਾਂਦੀ ਆ ਕਲੀਅਰ ਕਰਕੇ ਟੈਸਟ, ਉਸ ਤੋਂ ਬਾਅਦ ਉਹ ਆਪਦੇ ਘਰ ਵਾਲੀ ਨੂੰ ਛੱਡ ਦਿੰਦੀ ਆ, ਉਹ ਕਿਸੇ ਆਫੀਸਰ ਨਾਲ ਵਿਆਹ ਕਰਾਉਣ ਲਈ। ਆ ਖਬਰਾਂ ਚੱਲ ਰਿਹਾ ਹੈਗਾ, ਤਾਂ ਫਿਰ ਇਸ ਰੁਝਾਨ ਨੂੰ ਕਿਵੇਂ ਦੇਖੋਗੇ? ਦੇਖੋ ਇਹ ਗੱਲ ਟੈਕਨੋਲੋਜੀ ਬਾਰੇ ਵੀ ਕਹੀ ਜਾਂਦੀ ਹੈ, ਇਹ ਗੱਲ ਐਜੂਕੇਸ਼ਨ ਬਾਰੇ ਵੀ ਕਹੀ ਜਾਂਦੀ ਹੈ ਕਿ ਟੈਕਨੋਲੋਜੀ ਜਿਹੜੀ ਹੈਗੀ ਆ ਉਹਦੇ ਬੜੇ ਮਾੜੇ ਅਸਰ ਹੁੰਦੇ ਆ ਜੇ ਉਹ ਆ ਜੇ ਤਾਂ। ਈਵਨ ਕਿ ਇੰਟਰਨੈਟ ਬਾਰੇ ਵੀ ਬਹੁਤ ਰੌਲਾ ਹੈਗਾ। ਅਸੀਂ ਉਹਨਾਂ ਦੇ ਖਤਰਿਆਂ ਤੋਂ ਕਰਕੇ ਪ੍ਰੋਗਰੈਸਿਵ ਹੋਣਾ ਨਹੀਂ ਰੋਕ ਸਕਦੇ, ਨਹੀਂ ਛੱਡ ਸਕਦੇ। ਸਾਨੂੰ ਇਸ ਕਰਕੇ ਪੜ੍ਹਾਈ ਅਸੀਂ ਕੁੜੀਆਂ ਨੂੰ ਨਹੀਂ ਰੋਕ ਸਕਦੇ ਵੀ ਉਹ ਛੱਡ ਦੇਣਗੀਆਂ। ਜੇ ਡਿਵੋਰਸ ਵੀ ਹੋ ਜਾਊਗਾ ਤਾਂ ਕੀ ਗੱਲ ਹੈ, ਉਹਨਾਂ ਨੂੰ ਇੱਕ ਹਿਊਮਨ ਰਾਈਟ ਹੈ, ਉਹਨਾਂ ਨੂੰ ਵੀ ਮਤਲਬ ਉਹ ਅਵੇਅਰ ਤਾਂ ਹੋ ਰਹੀਆਂ ਨੇ ਨਾ। ਮੈਂ ਇਹਨੂੰ ਨੈਗੇਟਿਵ ਨਹੀਂ ਸਮਝਦਾ। ਇਹ ਠੀਕ ਹੈ ਕਿ ਮੈਂ ਸਮਝਦਾ ਕਿ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਵਿੱਚ ਮੋਰਲ ਵੈਲਿਊਜ਼, ਪੜ੍ਹਾਈ ਦਾ ਇਹ ਮਤਲਬ ਨਹੀਂ ਹੁੰਦਾ ਕਿ ਤੁਸੀਂ ਰਿਸ਼ਤਿਆਂ ਦੀ ਤਹਿਜ਼ੀਬ ਭੁੱਲ ਜਾਓ, ਨਾਲ ਉਹਨਾਂ ਨੂੰ ਸਿਰਫ ਲੇਡੀਜ਼ ਨੂੰ ਨਹੀਂ ਸਾਡੇ ਦੋਨਾਂ ਜੈਂਡਰਾਂ ਨੂੰ ਮੋਰਲ ਵੈਲਿਊ ਦੀ ਐਜੂਕੇਸ਼ਨ ਜਿਹੜੀ ਹੈਗੀ ਹੈ ਦੇਣੀ ਬੜੀ ਜ਼ਰੂਰੀ ਆ। ਸਾਡੀ ਇੰਡੀਆ ਦੀ ਇਹ ਬਹੁਤ ਰਿਚ ਟ੍ਰੈਡੀਸ਼ਨ ਆ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਨਿਭਾਉਣਾ ਜਾਣਦੇ ਹਾਂ। ਵਰਲਡ ਦੇ ਵਿੱਚ ਵੱਡੇ ਤੋਂ ਵੱਡੇ ਸੈਕਰੀਫਾਈਸ ਵੀ ਦਿੰਦੇ ਹਾਂ ਅਸੀਂ ਇਹਦੇ ਵਾਸਤੇ। ਇਹ ਸਾਡੀ ਇੱਕ ਤਹਿਜ਼ੀਬ ਹੈ। ਇਸ ਤਹਿਜ਼ੀਬ ਨੂੰ ਸਾਡੇ ਸਿਲੇਬਸ ਦਾ ਹਿੱਸਾ ਬਣਾਉਣਾ ਚਾਹੀਦਾ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਰਿਸ਼ਤੇ ਉਹਨੂੰ ਛੱਡ ਕੇ ਚਲੇਗੀ, ਤਾਂ ਉਸ ਚੀਜ਼ ਨੂੰ ਤੁਸੀਂ ਐਜੂਕੇਟ ਕਰ ਸਕਦੇ ਹੋ ਉਹਨੂੰ ਵੀ, ਪਰ ਇਸ ਕਰਕੇ ਨਹੀਂ ਅਸੀਂ ਕੁੜੀਆਂ ਨੂੰ ਪੜ੍ਹਾਉਣਾ ਹਟਾ ਸਕਦੇ ਕਿ ਵੀ ਰਿਸ਼ਤੇ ਖਰਾਬ ਹੋ ਜਾਣਗੇ। ਨਹੀਂ, ਉਹ ਤਾਂ ਹਟਾਉਣਾ ਚਾਹੀਦਾ। ਪਰ ਜੇ ਮੈਂ ਗੱਲ ਕਰਾਂ ਵੀ ਅੱਜ ਕੱਲ੍ਹ ਜਿਹੜਾ ਆਸੇ-ਪਾਸੇ ਨਾ, ਜਿਵੇਂ ਮੈਂ ਫੈਮਿਨਿਜ਼ਮ ਦੀ ਵੀ ਗੱਲ ਕਰਾਂ ਤਾਂ ਔਰਤਾਂ ਨੇ ਖੁੱਲ੍ਹ ਨੂੰ ਸਿਰਫ ਕੱਪੜਿਆਂ ਤੱਕ ਹੀ ਮਹਿਦੂਦ ਕਰ ਛੱਡਿਆ ਵੀ ਮੈਨੂੰ ਕੱਪੜੇ, ਮੈਨੂੰ ਮੈਂ ਸਕਰਟ ਦਾ ਸਾਈਜ਼ ਕਿਹੜਾ ਹੋਵੇ ਮੇਰੀ, ਵੀ ਮਰਦ ਆਪਦੀ ਨਿਗਾਹ ਸਹੀ ਕਰਨ। ਇਸ ਨੂੰ ਕਿ ਇਹ ਸੋਚ ਨੂੰ ਕਿਵੇਂ ਵੇਖਦੇ ਹੋ? ਦੇਖੋ ਮੈਂ ਇਹ ਸਮਝਦਾ ਕਿ ਫੈਮਿਨਿਜ਼ਮ ਨੂੰ ਮੈਂ ਬਹੁਤ ਡਿਫਰੈਂਟ ਤਰੀਕੇ ਨਾਲ ਵੇਖਦਾ। ਇੰਡੀਆ ਦੇ ਵਿੱਚ ਫੈਮਿਨਿਜ਼ਮ ਇੰਟਰਨਲ ਆਪਣਾ ਇੰਡੀਜੀਨੀਅਸ, ਜਿਹਨੂੰ ਸਾਡਾ ਲੋਕਲ ਫੈਮਿਨਿਜ਼ਮ ਹੈ ਹੀ ਨਹੀਂ ਹੈ। ਇਹ ਬਾਹਰੋਂ ਵਾਲਾ ਫੈਮਿਨਿਜ਼ਮ ਲਿਆਂਦਾ ਸੀ ਯੂਰਪ ਦਾ। ਸਿਰਫ ਫੈਮਿਨਿਜ਼ਮ ਨਹੀਂ, ਅਸੀਂ ਹਰੇਕ ਕਨਸੈਪਟ ਹੀ ਬਾਹਰਲਾ ਲਿਆਂਦਾ ਹੈਗਾ। ਇੰਡੀਅਨ ਫੈਮਿਨਿਜ਼ਮ ਅਜੇ ਪੈਦਾ ਹੋਣਾ ਆ, ਉਹ ਪੈਦਾ ਕਰਨ ਦੀ ਲੋੜ ਆ। ਸਭ ਤੋਂ ਪਹਿਲਾਂ ਦਾ ਫੈਮਿਨਿਜ਼ਮ ਜਿਹੜਾ ਹੈਗਾ ਇੰਡੀਆ ਦਾ, ਉਹ ਉਹਨਾਂ ਦੇ ਜਿਹੜੀਆਂ ਤੁਸੀਂ ਕੱਪੜਿਆਂ ਵਾਲੀ ਗੱਲ ਕਰ ਰਹੇ ਹੋ, ਇਹ ਤਾਂ ਸਾਡੀ ਤਹਿਜ਼ੀਬ ਹੀ ਨਹੀਂ ਹੈਗੀ ਵੀ ਕੱਪੜਿਆਂ ਦੇ ਉੱਤੇ ਹੀ ਤੁਸੀਂ ਫੋਕਸ ਕਰ ਦਿਓ ਸਾਰਾ ਕੁਝ। ਫੈਮਿਨਿਜ਼ਮ ਦਾ ਬੇਸਿਕ ਕਨਸੈਪਟ ਤਾਂ ਇਹ ਹੈ ਕਿ ਹਿਊਮਨ ਜਿਹੜੀ ਹੈਗੀ ਆ ਉਹਨਾਂ ਦੇ ਵਿੱਚ ਇਕੁਐਲਿਟੀ ਆਵੇ, ਉਹਨਾਂ ਨੂੰ ਇਨਸਾਨ ਸਮਝਿਆ ਜਾਵੇ ਔਰਤਾਂ ਨੂੰ, ਤੇ ਔਰਤਾਂ ਨੂੰ ਵੀ ਇਹੀ ਚਾਹੀਦਾ ਕਿ ਉਸ ਗੱਲ ਨੂੰ ਰਿਡਿਊਸ। ਦੇਖੋ ਉਹਨਾਂ ਦੇ ਕੱਪੜਿਆਂ ਦੇ ਉੱਤੇ ਵੀ ਆਪਾਂ ਕੁਐਸਚਨ ਨਹੀਂ ਕਰ ਸਕਦੇ, ਉਹਨਾਂ ਦੀ ਚੋਇਸ ਹੈ, ਸਾਨੂੰ ਫਰੀडम ਦੇਣੀ ਚਾਹੀਦੀ ਹੈ ਉਹਨਾਂ ਨੂੰ। ਲੇਕਿਨ ਇਸ ਨੂੰ ਤੁਸੀਂ ਮੈਂ ਦੇਖਿਆ ਕਿ ਜਿਹੜਾ ਫੈਮਿਨਿਜ਼ਮ ਸਾਡਾ, ਜਾਂ ਤਾਂ ਉਹ ਪਤੀ ਦਾ ਪਤਨੀ ਨਾਲ ਝਗੜਾ ਜਿਹੜਾ ਚੱਲਦਾ ਉਹਦੇ ਤੱਕ ਰਿਡਿਊਸ ਹੈ, ਕਿਉਂਕਿ ਜਿਹੜੀ ਮਾੜੀ ਜਿਹੀ ਵੀ ਅਫੈਕਟਡ ਹੁੰਦੀ ਆ ਵਿਮਨ, ਉਹ ਮਤਲਬ ਓਵਰਆਲ ਦੂਸਰੀਆਂ ਵਿਮਨ ਦੀ ਪ੍ਰੋਬਲਮ ਨਹੀਂ ਦੇਖ ਰਹੀ ਹੁੰਦੀ। ਮੈਂ ਦੇਖਿਆ ਕਿ ਇਹਦੇ ਚ ਜੈਂਡਰ ਕਨਸੈਪਟ, ਸੈਕਸ਼ਨ ਕਨਸੈਪਟ ਵੀ ਹੈ ਨਹੀਂਗਾ। ਉੱਪਰ ਵਾਲੀਆਂ ਔਰਤਾਂ ਦਾ ਹੱਥ 'ਚ ਫੈਮਿਨਿਜ਼ਮ ਆ, ਜਿਹੜੀਆਂ ਅਲੀਟ ਨੇ, ਜਿਹੜੀਆਂ ਮਜ਼ਦੂਰ ਨੇ ਉਹਨਾਂ ਦੇ ਏਜੰਡੇ ਨਹੀਂ ਹੈਗੇ ਉਹਨਾਂ ਦੇ ਵਿੱਚ। ਸੋ ਸਾਡਾ ਜਿਹੜਾ ਫੈਮਿਨਿਜ਼ਮ ਆ ਇੰਡੀਆ ਦਾ, ਉਹ ਇੰਪੋਰਟਡ ਫੈਮਿਨਿਜ਼ਮ ਆ। ਇੱਥੋਂ ਦੇ ਲੋਕਲ ਫੈਮਿਨਿਜ਼ਮ ਦੀ ਸਾਡੀ ਤਹਿਜ਼ੀਬ ਦੇ ਮੁਤਾਬਕ ਉਹਨੂੰ ਰੀਸਟਰਕਚਰ ਕਰਨ ਦੀ ਲੋੜ ਹੈ। ਉਹ ਬਹੁਤ ਕੁਝ ਇਦਾਂ ਦਾ ਹੈਗਾ। ਹੁਣ ਜੈਂਡਰ ਸੈਕਸ਼ਨ, ਸਾਡੀਆਂ ਥੱਲੇ ਵਾਲੀਆਂ ਔਰਤਾਂ ਦੀਆਂ ਸਮੱਸਿਆਵਾਂ ਹੋਰ ਨੇ, ਪੇਂਡੂ ਔਰਤਾਂ ਦੀਆਂ ਸਮੱਸਿਆਵਾਂ ਹੋਰ ਨੇ, ਹਨਾ। ਜਿਹੜੇ ਬੰਦੇ ਵਰਕਿੰਗ ਨੇ, ਜਿਹੜੀਆਂ ਨੇ ਲੇਡੀਜ਼ ਖੇਤਾਂ 'ਚ ਕੰਮ ਕਰਦੀਆਂ ਨੇ, ਉਹਨਾਂ ਦੀਆਂ ਸਮੱਸਿਆਵਾਂ ਹੋਰ ਨੇ। ਇਹ ਸੈਮੀਨਾਰਾਂ 'ਚ ਕਰ ਕੇ ਉਹ ਖਤਮ ਹੋ ਜਾਂਦਾ, ਇਹਦਾ ਏਜੰਡੇ ਤੇ ਨਹੀਂ ਹੁੰਦੀ ਉਹਨਾਂ ਦੀ। ਜਿਹੜਾ ਫੈਮਿਨਿਜ਼ਮ ਆ ਜਿਹੜਾ ਇੰਡੀਆ ਦੇ ਵਿੱਚ ਆ, ਉਹ ਇੰਪੋਰਟਡ ਆ, ਬਾਹਰੋਂ ਲਿਆਂਦਾ ਹੋਇਆ। ਪਰ ਇੰਡੀਆ ਦੇ ਫੈਮਿਨਿਜ਼ਮ ਨੂੰ ਡਿਵੈਲਪ ਕਰਨਾ ਪਊਗਾ, ਰੀਸਟਰਕਚਰਡ ਕਰਨਾ ਪਊਗਾ। ਜਿਹੜੀ ਗੁਰਬਾਣੀ ਗੱਲ ਕਰਦੀ ਸੀ, ਜਾਂ ਜਿਹੜੀ ਸਾਡੀ ਕਹਿ ਲਓ ਵੀ ਟ੍ਰੈਡੀਸ਼ਨ ਆ ਸਾਡਾ, ਕਿੱਦਾਂ ਦਾ ਫੈਮਿਨਿਜ਼ਮ ਹੋਣਾ ਚਾਹੀਦਾ ਇੰਡੀਆ 'ਚ? ਦੇਖੋ ਗੱਲ ਇਹ ਆ ਕਿ ਸਾਡਾ ਜਿਹੜਾ ਇੰਡੀਆ ਦੀ ਤਹਿਜ਼ੀਬ ਹੈ, ਉਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਮਤਲਬ ਰਿਸ਼ਤਿਆਂ ਨੂੰ, ਸਾਡੇ ਜਿਹੜੀ ਖਾਸ ਤੌਰ 'ਤੇ ਔਰਤ ਦਾ ਕਨਸੈਪਟ ਇੰਡੀਆ ਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਸੈਲਫ ਨੂੰ ਫੋਕਸ ਕਰੋ, ਮਤਲਬ ਤੁਸੀਂ ਸੈਲਫਿਸ਼ ਹੋ ਕੇ ਕੋਈ ਚੀਜ਼ ਸੋਚੋ। ਜਦ ਕਿ ਜਿਹੜਾ
ਯੂਰਪ ਦੇ ਵਿੱਚ ਹੋਰ ਤਰ੍ਹਾਂ ਦਾ ਕਾਰਪੋਰੇਟ ਸਿਸਟਮ ਹੈਗਾ। ਉਹਦਾ ਜਿਹੜਾ ਹੈਗਾ ਕਨਸੈਪਟ ਇਹ ਆ ਕਿ ਤੁਸੀਂ ਆਪਣਾ ਕੈਰੀਅਰ ਮਤਲਬ ਨਹੀਂ ਕੰਪਰੋਮਾਈਜ਼ ਕਰਨਾ, ਬਾਕੀ ਭਾਵੇਂ ਸਾਰਾ ਕੁਝ ਚਲੇ ਜੇ। ਇਹ ਚੀਜ਼ ਜਿਹੜੀ ਹੈਗੀ ਆ ਸਾਡੇ ਸਿਰਫ ਔਰਤ ਵਾਸਤੇ ਨਹੀਂ, ਸਾਡੀ ਜਿਹੜੀ ਫੈਮਿਲੀ ਸਿਸਟਮ ਆ, ਸਾਡੀ ਜੁਆਇੰਟ ਫੈਮਿਲੀ ਸਿਸਟਮ ਸੀਗਾ, ਉਹ ਇਹੋ ਹੀ ਸੀਗਾ ਕਿ ਤੁਸੀਂ ਸਾਰਿਆਂ ਨੂੰ ਕੁਸ਼ਨ ਦੇ ਕੇ ਪ੍ਰੋਟੈਕਟ ਕਰਕੇ ਰੱਖਣਾ। ਜੇ ਕੋਈ ਹੈਂਡੀਕੈਪਡ ਹੈ, ਜੇ ਕੋਈ ਮਾੜਾ ਆ, ਜੇ ਕੋਈ ਥੋੜਾ ਘੱਟ ਡਿਵੈਲਪ ਹੋਇਆ, ਉਹਨੂੰ ਕਲੈਕਟਿਵ ਸਿਸਟਮ ਦੇ ਵਿੱਚ ਰੱਖ ਕੇ ਨਾਲ ਲੈ ਕੇ ਜਾਣਾ। ਸੋ ਇਸ ਤਰ੍ਹਾਂ ਹੀ ਫੈਮਿਨਿਜ਼ਮ ਜਿਹੜਾ ਹੈਗਾ ਸਾਡਾ, ਉਹ ਇਦਾਂ ਚਾਹੀਦਾ ਹੈਗਾ ਕਿ ਤੁਸੀਂ ਤੋੜ ਵਿਛੇੜੋ ਨਹੀਂ ਕਰਨੇ ਰਿਸ਼ਤਿਆਂ 'ਚੋਂ, ਤੁਸੀਂ ਆਪਣੀ ਸਟਰਗਲ ਵੀ ਕਰਨੀ ਹੈ, ਤੁਸੀਂ ਨਾਲ ਦੀ ਨਾਲ ਨਹੀਂ, ਤੁਸੀਂ ਜਿਹੜੀਆਂ ਚੀਜ਼ਾਂ ਧੱਕੇ ਹੋ ਰਹੇ ਆ ਜਾਂ ਧੱਕੇ ਹੋਏ ਆ ਉਹਨਾਂ ਨੂੰ ਅਮੈਂਡ ਕਰਨਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰਤ ਨਾਲ ਬਹੁਤ ਧੱਕਾ ਹੋਇਆ, ਦਲਿਤਾਂ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ। ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਮੈਨੂੰ ਇਸ ਗੱਲ ਤੇ ਪ੍ਰਾਊਡ ਹੈ ਕਿ ਮੈਂ ਇੰਡੀਆ ਦੇ ਵਿੱਚ ਇਸ ਕੰਟਰੀ 'ਚ ਪੈਦਾ ਹੋਇਆ ਜਿਹੜਾ ਬਹੁਤ ਜ਼ਿਆਦਾ ਡਿਵਰਸਿਟੀ ਦੇ ਵਿੱਚ ਰਿਚ ਹੈ। ਇੰਡੀਆ ਵਰਗੀ ਡਿਵਰਸਿਟੀ ਕਿਤੇ ਹੋਰ ਨਹੀਂ। ਪਰ ਹੁਣ ਤਾਂ ਸਾਰਾ ਕੁਝ ਇੱਕੋ ਹੀ ਕਰਨ ਨੂੰ ਫਿਰਦੇ ਆ, ਉਹ ਕਹਿੰਦੇ ਰੰਗ ਚੇਂਜ, ਇੱਕੋ ਜਿਹਾ ਰੰਗ ਕਰ ਦੇਣਾ। ਹਾਂ, ਇਹ ਗੱਲ ਵੀ ਜਿਹੜੀ ਹੈਗੀ ਆ, ਇਹਦੇ 'ਚ ਵੀ ਰਾਈਟਰ ਜਿਹੜੇ ਹੈਗੇ ਆਪਣਾ ਰੋਲ ਪਲੇ ਕਰ ਰਹੇ ਆ। ਇਹ ਗੱਲਾਂ ਪੋਸੀਬਲ ਨਹੀਂ ਹੋਣਗੀਆਂ। ਇਹਦਾ ਮਤਲਬ ਇਹ ਹੁੰਦਾ ਕਿ ਜੇ ਤੁਸੀਂ ਇੱਕ ਰੰਗ ਕਰਨਾ ਚਾਹੁੰਦੇ ਹੋ, ਉਹ ਪੋਸੀਬਲ ਹੋਣਾ ਨਹੀਂ ਹੈ, ਤੁਸੀਂ ਕਮਜ਼ੋਰ ਕਰੋਗੇ ਸਗੋਂ ਆਪਣੇ ਸਿਸਟਮ ਨੂੰ, ਕੰਟਰੀ ਨੂੰ। ਸੋ ਉਸ ਚੀਜ਼ ਦਾ ਵੀ ਮੈਂ ਸਮਝਦਾ ਕਿ ਵਿਰੋਧ ਹੀ ਹੋਣਾ ਚਾਹੀਦਾ। ਆਪਣੀ ਜਿਹੜੀ ਏਕਤਾ ਹੈਗੀ ਇੰਡੀਆ ਦੀ, ਉਹ ਡਾਈਵਰਸਿਟੀ ਦੇ ਵਿੱਚ ਹੈਗੀ ਆ, ਡਾਈਵਰਸਿਟੀ ਅਨੇਕਤਾ ਦੇ ਵਿੱਚ ਏਕਤਾ। ਹਾਂ, ਲੇਕਿਨ ਇਹ ਆ ਕਿ ਸਾਡੇ ਬਹੁਤ ਕੁਝ ਇਹੋ ਜਿਹਾ ਵੀ ਹੋਇਆ ਇੰਡੀਆ ਦੇ ਵਿੱਚ ਜਿਹੜੇ ਦੇ ਕਰਕੇ ਤੁਹਾਨੂੰ ਇਸ ਕੰਟਰੀ ਦਾ ਹਿੱਸਾ ਹੋਣ 'ਚ ਸ਼ਰਮ ਵੀ ਆਉਂਦੀ ਹੈ। ਜੋ ਅਸੀਂ ਔਰਤ ਨਾਲ ਕੀਤਾ ਸਦੀਆਂ 'ਚ, ਦੋ ਦਲਿਤਾਂ ਨਾਲ ਕੀਤਾ ਸੀ ਸਦੀਆਂ ਤੋਂ, ਉਹ ਐਜ਼ ਏ ਰਾਈਟਰ ਮੈਨੂੰ ਲੱਗਦਾ ਕਿ ਉਹ ਮਤਲਬ ਉਸ ਦੇ ਬਾਰੇ ਸੋਚ ਕੇ ਤੁਸੀਂ ਜਦੋਂ ਮੈਂ ਲਿਖਦਾ ਤਾਂ ਮੇਰੇ ਆਪਣੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ। ਜਿਨ੍ਹਾਂ ਨੇ ਜ਼ਿੰਦਗੀ ਜੀ ਹੈ ਉਹ ਦੇਖ ਲਓ ਕਿੰਨਾ ਉਹਨਾਂ ਨੇ ਔਖ 'ਚ ਲਿਖੀ। ਮੈਂ ਇੱਕ ਕਵਿਤਾ ਲਿਖੀ ਸੀ ਗੁਬਰਾਹਾ, ਉਹਦੇ ਵਿੱਚ ਇੱਕ ਟ੍ਰੈਡੀਸ਼ਨ ਆ ਇੰਡੀਆ ਦੇ ਵਿੱਚ ਰਹੀ ਕਿ ਤੁਸੀਂ ਜਿਹੜਾ ਹੈਗਾ ਅਪਰ ਕਾਸਟ ਦੇ ਲੋਕ, ਉਹ ਥੱਲੇ ਵਾਲੀਆਂ ਜਿਹੜੀਆਂ ਗਰੀਬ ਕਾਸਟਾਂ ਸੀਗੀਆਂ, ਜਿਹੜੀਆਂ ਵਰਕਿੰਗ ਕਲਾਸ ਸੀਗੀਆਂ, ਸ਼ਾਇਦ ਇਹ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਵਾਲੇ ਪਾਸੇ ਦੀ ਟ੍ਰੈਡੀਸ਼ਨ ਆ, ਉਹ ਉਹਨਾਂ ਨੂੰ ਜਿਹੜਾ ਲੇਬਰ ਆ ਜਾਂ ਜਿਹੜੀ ਉਹਨਾਂ ਦੀ ਮਜ਼ਦੂਰੀ ਆ ਦਿੰਦੇ ਸੀ, ਉਹ ਦਾਣੇ ਆ ਪੈਸੇ ਨਹੀਂ ਸੀ ਦਿੰਦੇ। ਉਹ ਜਿਹੜੇ ਗੋਹਾ ਹੁੰਦਾ, ਗੋਹੇ ਦੇ ਵਿੱਚ ਪਸ਼ੂ ਜਿਹੜੇ ਦਾਣਾ ਖਾ ਕੇ ਬਚਦੇ ਆ ਗੋਹੇ ਦੇ ਵਿੱਚੋਂ, ਉਹ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਛਾਣ ਕੇ ਖਾਣ ਨੂੰ ਦਿੰਦੇ ਸੀਗੇ ਵੀ ਇਹ ਖਾਣਾ ਤੁਸੀਂ। ਸੋ ਇਸ ਕਿਸਮ ਦੀ ਘਿਨਾਉਣੀਆਂ ਸਾਡੀਆਂ ਜਿਹੜੀਆਂ ਟ੍ਰੈਡੀਸ਼ਨਲ ਹੈਗੀਆਂ, ਇਹ ਕਾਦੇ ਕਰਕੇ ਆਏ? ਕਿਤੇ ਬਾਹਮਣਵਾਦ ਕਰਕੇ ਤਾਂ ਨਹੀਂ ਆਇਆ ਪੁਰਾਣੇ? ਬਿਲਕੁਲ ਠੀਕ। ਜਿਹੜਾ ਸਾਡਾ ਦੇਖੋ, ਮੈਂ ਉਹੀ ਕਹਿ ਰਿਹਾ ਸੀ ਕਿ ਜਿਹੜਾ ਸਾਡਾ ਵੈਦਿਕ ਸਟਰਕਚਰ ਆ ਪੰਜਾਬ ਦਾ, ਵੈਸੇ ਜਾਂ ਇੰਡੀਆ ਦਾ ਵੈਦਿਕ ਸਟਰਕਚਰ ਜਿਹੜਾ ਹੈਗਾ, ਉਹ ਸਾਡੇ ਪੰਜਾਬ ਦਾ ਫੇਰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਲੱਗ ਆ। ਦੇਖੋ, ਇਸ ਕਰਕੇ ਅਲੱਗ ਹੈ ਕਿ ਜਿਹੜਾ ਸਿੱਖੀਜ਼ਮ ਆ ਉਹ ਬੇਸਿਕਲੀ ਵੈਦਿਕ ਸਿਸਟਮ ਦੀਆਂ ਜਿਹੜੀਆਂ ਨੈਗੇਟਿਵ ਟ੍ਰੈਡੀਸ਼ਨ ਸੀ ਉਹਨਾਂ ਦੇ ਐਂਟੀਥੀਸਿਸ ਦੇ ਵਿੱਚ ਪੈਦਾ ਹੁੰਦਾ। ਬਿਲਕੁਲ, ਉਹਨਾਂ ਦੀ ਵਿਰੋਧਤਾਈ ਦੇ ਵਿੱਚ ਪੈਦਾ ਹੁੰਦਾ। ਇਹ ਸਗੋਂ ਜਿਹੜਾ ਹੈਗਾ ਸੂਫੀਜ਼ਮ, ਇਸਲਾਮ ਦੀਆਂ ਜਿਹੜੀਆਂ ਚੰਗੀਆਂ ਟ੍ਰੈਡੀਸ਼ਨਾਂ ਨੂੰ ਅਡਾਪਟ ਕਰਦਾ, ਬ੍ਰਾਹਮਣਵਾਦ ਦੀਆਂ ਜਿਹੜੀਆਂ ਨੈਗੇਟਿਵ ਟ੍ਰੈਡੀਸ਼ਨਾਂ ਉਹਨਾਂ ਨੂੰ ਭੰਡਦਾ। ਓਸ਼ੋ ਨਵੀਂ ਚੀਜ਼ ਨਿਕਲਦੀ ਉਹਦੇ। ਓਸ਼ੋ ਕਹਿੰਦਾ ਜਿਹੜਾ ਗੁਰੂ ਨਾਨਕ ਦੇਵ ਜੀ ਸੀਗੇ, ਉਹਨਾਂ ਨੇ, ਨਾਨਕ ਨੇ ਹਿੰਦੂਇਜ਼ਮ ਚੋਂ ਤੇ ਇਸਲਾਮ ਚੋਂ ਜਿਹੜੀਆਂ ਚੰਗੀਆਂ ਚੀਜ਼ਾਂ ਸੀ ਉਹਨਾਂ ਨੂੰ ਇਕੱਠਾ ਕਰਕੇ, ਉਹਦਾ ਨਿਚੋੜ ਕਰਕੇ ਇੱਕ ਅਲੱਗ ਤੋਂ ਕਹ ਲਓ ਵੀ ਧਰਮ ਬਣਾਇਆ ਜਾ। ਲੇਕਿਨ ਇਹ ਆ ਕਿ ਜਿਹੜਾ ਜਿਸ ਕਿਸਮ ਦੀ ਬ੍ਰਾਹਮਣਵਾਦ ਜਾਂ ਜਿਸ ਕਿਸਮ ਦਾ ਪਖੰਡਵਾਦ ਨੂੰ ਵਿਰੋਧ ਦੇ ਵਿੱਚੋਂ ਸਿੱਖੀਜ਼ਮ ਪੈਦਾ ਹੋਇਆ ਸੀ, ਸਿੱਖਾਂ ਦੀ ਉਸੇ ਚੀਜ਼ ਦੇ ਵਿੱਚ ਦੁਬਾਰਾ ਗ੍ਰਸਤ ਹੋਣ ਲੱਗ ਗਏ। ਇਹ ਚਿੰਤਾ ਦਾ ਵਿਸ਼ਾ ਹੈ। ਇਹ ਜਿਵੇਂ ਕਹਿੰਦੇ ਸੀ ਨਾ, ਉਹ ਜਿਵੇਂ ਇੰਡੀਆ ਦੇ ਵਿੱਚ ਕਿਸੇ ਟਾਈਮ ਤੇ ਬੁੱਧ ਧਰਮ ਬਹੁਤ ਫੈਲਿਆ ਹੋਇਆ ਸੀਗਾ, ਪਰ ਅੱਜ ਬੁੱਧ ਧਰਮ ਨਹੀਂ ਹੈ ਇੰਡੀਆ ਦੇ ਵਿੱਚ। ਉਹਦਾ ਰੀਜ਼ਨ ਇਹ ਹੋਈ ਆ ਕਿ ਜਿਹੜੀ ਕਹਿ ਸਕਦੇ ਆ ਕਿ ਤੁਸੀਂ ਬ੍ਰਾਹਮਣਵਾਦ ਆ ਨਾ, ਇਹ ਇੱਕ ਕਿਸਮ ਦੀ ਲੂਣ ਦੀ ਖਾਣ ਆ, ਆਪਣੇ 'ਚ ਜਜ਼ਬ ਕਰ ਲੈਂਦੀ ਹੈ ਸਾਰਾ ਕੁਝ। ਕੀ ਸਿੱਖੀਜ਼ਮ ਨੂੰ ਵੀ ਜਜ਼ਬ ਕਰ ਲੂ? ਸਿੱਖੀਜ਼ਮ ਨੂੰ ਜਜ਼ਬ ਕਰਨ ਦਾ ਵੈਸੇ ਸਕੋਪ ਘੱਟ ਹੈ, ਮੈਂ ਸਮਝਦਾ। ਵਜ੍ਹਾ ਇਹ ਆ ਕਿ ਸਿੱਖੀਜ਼ਮ ਦੀ ਜਿਹੜੀ ਹੈਗੀ ਆ ਪੈਦਾ ਹੋਣ ਦੀ ਜਿਹੜੀ ਹਾਲਾਤ ਸੀਗੇ, ਔਰ ਜਿਹੜੀ ਇਸ ਵੇਲੇ ਇਹਦੀ ਗਲੋਬਲ ਲੈਵਲ ਦੇ ਉੱਤੇ ਜਿਹੜੀ ਇਹਦੀ ਹੋਂਦ ਬਣ ਚੁੱਕੀ ਆ। ਅਸੀਂ 150 ਕੰਟਰੀਜ਼ ਦੇ ਵਿੱਚ ਪੰਜਾਬੀ ਸਾਡਾ ਜਿਹੜਾ ਹੈਗਾ ਰਹਿ ਰਿਹਾ, 150 ਕੰਟਰੀ ਦੇ ਵਿੱਚ 15 ਕਰੋੜ ਦੇ ਕਰੀਬ ਪੰਜਾਬੀ ਆ। ਸੋ ਇਹ ਕਿਸੇ ਦਾਬੇ ਹੇਠਾਂ, ਕਿਸੇ ਗਲਬੇ ਹੇਠਾਂ ਨਹੀਂ ਹੈਗੇ ਲੋਕ। ਤੇ ਵੈਸੇ ਵੀ ਪੰਜਾਬੀ ਜਿਹੜੇ ਹੈਗੇ ਆ ਉਹ ਕਿਸੇ ਦਾਬੇ ਹੇਠਾਂ ਤੇ ਗਲਬੇ ਹੇਠਾਂ ਰਹਿਣ ਦੇ ਆਦੀ ਨਹੀਂ ਹੈਗੇ।
ਪਿਆਰ ਨਾਲ, ਜਿਵੇਂ ਉਹ ਕਿਹਾ ਉਹਨਾਂ ਨੇ ਪੂਰਨ ਸਿੰਘ ਹੁਣਾਂ ਨੇ ਕਿ ਪਿਆਰ ਨਾਲ ਕਰਨ ਗੁਲਾਮੀ, ਟੈ ਨਾ ਮੰਨਣ ਕਿਸੇ ਦੀ। ਇਸ ਕਰਕੇ ਇਹਨਾਂ ਨੂੰ ਦਬਾ ਕੇ ਤਾਂ ਨਹੀਂ ਕੀਤਾ ਜਾ ਸਕਦਾ। ਇਹ ਆਪ ਹੀ ਜੇ ਉਹਦੇ ਚ ਗ੍ਰਸਤ ਹੋ ਜਾਣ ਤਾਂ ਅਲੱਗ ਗੱਲ ਆ। ਜਿਵੇਂ ਕਿ ਇਹ ਹੈਗਾ ਇੱਕ ਸੈਕਸ਼ਨ ਜਿਹੜਾ ਬ੍ਰਾਹਮਣਵਾਦ ਦੀ ਵਿਚਾਰ, ਹੁਣ ਦੇਖੋ ਜਿਹੜੀ ਕਾਸਟਿਜ਼ਮ ਆ, ਜੇ ਉਹ ਸਿੱਖਾਂ ਦੇ ਵਿੱਚ ਵੀ ਕਾਸਟਿਜ਼ਮ ਐਗਜ਼ਿਸਟ ਕਰ ਰਹੀ ਹੈ ਤਾਂ ਮਤਲਬ ਇਹਨਾਂ ਦੇ ਵਿੱਚ ਬ੍ਰਾਹਮਣਵਾਦ ਹੈਗਾ। ਇਹ ਆਪ ਹੀ ਉਹਦੇ ਵਿੱਚ ਗਲਤਾਨ ਹੋ ਕੇ ਖਤਮ ਹੋ ਸਕਦਾ। ਪਰ ਜਿਹੜਾ ਸਿੱਖਾਂ ਦੇ ਵਿੱਚ ਬ੍ਰਾਹਮਣਵਾਦ ਆ ਉਹਨੂੰ ਕਿਵੇਂ ਖਤਮ ਕੀਤਾ ਜਾਊ? ਦੇਖੋ ਸਿੱਖਾਂ ਦਾ ਬ੍ਰਾਹਮਣਵਾਦ, ਫਿਰ ਵੀ ਸਿੱਖਾਂ ਦਾ ਬ੍ਰਾਹਮਣਵਾਦ ਦੂਸਰੇ ਬ੍ਰਾਹਮਣਵਾਦ ਨਾਲੋਂ ਬੜਾ ਰਿਫਾਈਨਡ ਹੈ। ਕਿਵੇਂ? ਉਹ ਇਹ ਹੈ ਕਿ ਉਸ ਕਿਸਮ ਦਾ ਜਿਹੜਾ ਹੈਗਾ, ਜਿਵੇਂ ਦੂਜੇ ਸਟੇਟਾਂ ਦੇ ਵਿੱਚ ਤੁਸੀਂ ਜਿਹੜੇ ਠਾਕਰ ਨੇ ਜੋ ਉਹ ਬਿਹੇਵ ਕਰਦੇ ਆ ਦਲਿਤਾਂ ਨਾਲ, ਪੰਜਾਬ 'ਚ ਉਹ ਨਹੀਂ ਹੈ। ਪੰਜਾਬ ਦੇ ਤਾਂ ਕਹਿੰਦੇ ਸੀਰੀ ਪਾਲੀ ਵੀ ਚਾਚੇ ਤਾਏ ਜਾਂ ਕਹ ਲਓ ਵੀ ਇਦਾਂ ਵਰਤਦੇ ਆਪਾਂ ਰਿਸ਼ਤੇਦਾਰੀਆਂ। ਵੈਸੇ ਵੀ ਦੇਖੋ ਪੰਜਾਬ ਦੀ ਕਿਸਾਨੀ ਕਲਚਰ ਜਿਹੜਾ ਹੈਗਾ ਉਹ ਮੱਧਲੀ ਕਿਸਾਨੀ ਆ ਜ਼ਿਆਦਾ, ਬਹੁਤ ਲੈਂਡਲੌਰਡ ਨਹੀਂ ਹੈਗੇ। ਜ਼ਿਆਦਾਤਰ ਮੈਜੋਰਿਟੀ ਜਿਹੜੀ ਛੋਟੇ ਤੇ ਦਰਮਿਆਨੇ ਕਿਸਾਨ ਆ ਉਹ ਸੀਰੀਆਂ ਦੇ ਨਾਲ ਹੀ ਬਹਿ ਕੇ ਗੋਡੀ ਕਰਦੇ, ਨਾਲ ਹੀ ਵਾਢੀ ਕਰਦੇ, ਪਰਿਵਾਰਾਂ ਨੂੰ ਵਰਤਦੇ ਆ। ਤਾਂ ਉਹਨਾਂ ਦੇ ਵਿੱਚ ਸਿਰਫ ਮੈਂ ਸਮਝਦਾ ਕਿ ਜਦੋਂ ਉਹਨਾਂ ਦੀ, ਇਹ ਨਹੀਂ ਕਿ ਮੈਂ ਕਹਿੰਦਾ ਕਿ ਉਹਨਾਂ ਦੇ ਵਿੱਚ ਵਿਤਕਰੇ ਨਹੀਂ ਹੈਗੇ, ਵਿਤਕਰੇ ਹੈਗੇ ਆ, ਪਰ ਇੰਡੀਆ ਨਾਲੋਂ ਘੱਟ ਆ। ਉਹ ਕਾਰਨ ਇਹ ਆ ਕਿ ਸਿੱਖੀਜ਼ਮ ਦੀ ਜਿਹੜੀ ਫਿਲਾਸਫੀ ਆ ਉਹਦਾ ਅਸਰ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਉੱਤੇ ਹੈਗਾ ਕਿ ਇਸ ਹੱਦ ਤੱਕ ਨਹੀਂ ਤੁਸੀਂ ਘਿਰਣਾ ਕਰਨੀ। ਅਨਟੱਚੇਬਿਲਟੀ ਤਾਂ ਨਹੀਂ ਹੈਗੀ, ਘੱਟੋ ਘੱਟ ਨਹੀਂ ਹੈਗੀ। ਵਿਰੋਧ ਇਸ ਕਰਕੇ ਮਤਲਬ ਕਰਨਾ ਬਣਦਾ ਕਿ ਜਿੰਨਾ ਗੁਰੂ ਗ੍ਰੰਥ ਸਾਹਿਬ ਜਾਂ ਜਿੰਨਾ ਸਿੱਖੀਜ਼ਮ ਦੇ ਵਿੱਚ ਸਕੋਪ ਸੀਗਾ ਰਿਫਾਰਮ ਕਰਨ ਦਾ, ਉਹਨਾਂ ਨਹੀਂ ਹੋ ਪਾਇਆ ਸੀਗਾ। ਮਤਲਬ ਆਪਾਂ ਹਲੇ ਵੀ ਉਮੀਦ ਨਹੀਂ ਛੱਡਣੀ, ਆਪਾਂ ਅੱਗੇ ਸ਼ਾਇਦ ਚੇਂਜ ਹੋ ਵੀ ਸਕਦਾ ਹੈ। ਨਹੀਂ ਹੋ ਰਿਹਾ, ਆਊਗਾ, ਫਰਕ ਪੈ ਰਿਹਾ ਹੈ ਨਾ। ਬਿਲਕੁਲ। ਤੁਹਾਡੇ ਖੈਰ ਲਿਖਣ ਤੋਂ ਬਿਨਾਂ ਵੀ ਬੜੀਆਂ ਵਧੀਆ ਗੱਲਾਂ ਤੁਹਾਡੇ ਤੋਂ ਸਿੱਖਣ ਨੂੰ, ਸੁਣਨ ਨੂੰ ਮਿਲੀਆਂ ਸਰ। ਤੇ ਜਾਂਦੇ ਜਾਂਦੇ ਇੱਕ ਅੱਜ ਦੇ, ਮੈਂ ਵੈਸੇ ਨਾ ਇੱਕ ਨਵਾਂ ਸਵਾਲ ਘੜਿਆ ਹੋਇਆ ਸੀਗਾ ਵੀ ਮੈਂ ਹੁਣ ਤੋਂ ਜਿਹੜਾ ਵੀ ਰਾਈਟਰ ਆਊਗਾ ਉਹ ਤੋਂ ਇਹ ਪੁੱਛਣਾ ਵੀ ਆਪਦੀ ਇੱਕ ਮਨਪਸੰਦ ਕਿਤਾਬ ਦੱਸਣੀ ਆ ਜਿਹੜੀ ਸਾਰੇ ਜਣੇ ਪੜ੍ਹ ਸਕਣ। ਆਲ ਟਾਈਮ ਫੇਵਰਿਟ ਬੁੱਕ ਕੋਈ ਵੀ ਇੱਕ ਦੱਸ ਦਿਓ। ਦੇਖੋ ਵੈਸੇ ਤਾਂ ਹਰੇਕ ਰਾਈਟਰ ਦੀਆਂ ਸਾਰੀਆਂ ਕਿਰਤਾਂ ਉਹਦੇ ਲਈ ਸਾਰੀਆਂ ਬਰਾਬਰ ਹੁੰਦੀਆਂ ਨੇ, ਪਰ ਫਿਰ ਵੀ ਮੈਂ ਪਹਿਲਾਂ ਵੀ ਇਹ ਕਹਿੰਦਾ ਰਿਹਾ ਤੇ ਹੁਣ ਵੀ ਮੈਂ ਇਹ ਕਹਿਣਾ, ਇਸ ਕਰਕੇ ਨਹੀਂ ਕਿ ਉਹ ਕਿਤਾਬ ਮੇਰੀ ਆ, ਉਹ ਇਸ ਕਰਕੇ ਕਿ ਉਹ ਕਿਤਾਬ ਵਿਲੱਖਣ ਆ। ਮੇਰੀ ਜਿਹੜੀ 5 ਨਦੀਆਂ ਦਾ ਗੀਤ ਕਿਤਾਬ ਹੈ, ਉਹ ਪੰਜਾਬ ਦੇ ਵੈਦਿਕ ਕਾਲ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਾਡੀਆਂ ਚੰਗੀਆਂ ਮਾੜੀਆਂ ਪੰਜਾਬੀਅਤ ਨੂੰ, ਪੰਜਾਬ ਨੂੰ, ਬੋਲੀ ਨੂੰ, ਕਲਚਰ ਨੂੰ, এনवायरमेंट ਨੂੰ ਉਤਰਾ ਚੜਾ ਆਏ ਆ, ਸਾਰਿਆਂ ਨੂੰ ਉਹਦੇ 'ਚ ਮਤਲਬ ਬਿਆਨਿਆ ਗਿਆ। ਮੈਂ ਸਮਝਦਾ ਕਿ ਹਰੇਕ ਬੰਦੇ ਨੂੰ ਪੜ੍ਹਨੀ, ਜਿੰਨੇ ਪੰਜਾਬ ਦੇ ਬਾਰੇ ਬਰੀਫ ਦੇ ਵਿੱਚ ਪੜ੍ਹਨਾ ਹੈਗਾ, ਸਾਰਾ ਕੁਝ ਨਹੀਂ ਪੜ੍ਹ ਸਕਦਾ, ਉਹ ਕਿਤਾਬ ਪੜ੍ਹੇ। ਔਰ ਉਸ ਕਿਤਾਬ ਦੀ ਇੱਕ ਸਭ ਤੋਂ ਵੱਡੀ ਖੂਬੀ ਇਹ ਹੈ, ਜਿਹੜੀ ਬਾਕੀ ਰਾਈਟਰਾਂ ਨਾਲੋਂ ਸਾਰਿਆਂ ਨਾਲੋਂ ਵੱਖਰੀ ਹੈ, ਉਹ ਇਹ ਹੈ ਕਿ ਆਮ ਤੌਰ 'ਤੇ ਹਰੇਕ ਸਾਡੇ ਰਾਈਟਰਾਂ ਦੇ ਵਿੱਚ ਵੀ ਕਮੀਆਂ ਹੈਗੀਆਂ ਕਿ ਅਸੀਂ ਸੈਲਫ ਸੈਂਟਰਡ ਬਹੁਤ ਹਾਂ। ਅਸੀਂ ਆਪਣੇ ਆਪ ਨੂੰ ਹੀ ਵੱਡਾ ਸਮਝਦੇ ਹਾਂ, ਦੂਜੇ ਨੂੰ ਅਸੀਂ ਕਦੀ ਐਕਨੋਲਜ ਵੀ ਨਹੀਂ ਕਰਦੇ। ਜਦ ਕਿ ਕਿੱਸਾਕਾਰ ਇਸ ਤੋਂ ਉਲਟ ਹੁੰਦੇ ਸੀਗੇ, ਉਹ ਇੱਕ ਦੂਜੇ ਨੂੰ ਵੀ ਅਪਰੇਜ਼ ਕਰਦੇ ਸੀਗੇ। ਲੇਕਿਨ ਅੱਜ ਬਦਲ ਗਿਆ ਹਾਲਾਤ, ਸੌੜੇ ਹੋ ਗਏ ਅਸੀਂ। ਉਸ ਕਿਤਾਬ ਦੀ ਖੂਬੀ ਇਹ ਹੈ ਕਿ ਉਹਦੇ ਵਿੱਚ ਮੈਂ ਜਿੱਥੇ ਜਿੱਥੇ ਵੀ ਰੈਲੇਵੈਂਟ ਸੀਗੇ, ਮੈਂ ਹਰੇਕ ਦੂਜੇ ਪੋਇਟਸ ਦੀਆਂ ਲਾਈਨਾਂ ਨੂੰ ਕੋਟ ਕੀਤਾ। ਔਰ ਜੇ ਕਿਸੇ ਨੇ ਸਾਰੇ ਪੰਜਾਬ ਦੀ ਰਿਪਰੈਜ਼ੈਂਟੇਟਿਵ ਪੋਇਟਰੀ ਪੜ੍ਹਨੀ ਆ, ਮੇਰੀ ਕਿਤਾਬ ਦੇ ਨਾਲ ਨਾਲ ਦੂਜਿਆਂ ਦੀ ਪੋਇਟਰੀ ਵੀ ਪੜ੍ਹੀ ਜਾਊਗੀ। ਇੱਕੋ ਸਾਰਾ ਕੁਝ ਇੱਕੋ ਜਗ੍ਹਾ ਤੇ ਤੁਹਾਨੂੰ ਮਿਲ ਜੂਗਾ ਪੰਜਾਬ ਬਾਰੇ। ਸਰ ਗੱਲਾਂ ਬਾਤਾਂ ਬਹੁਤ ਸੀ ਤੁਹਾਡੀ ਸਿਰਜਣਾ ਨੂੰ ਲੈ ਕੇ, ਤੁਹਾਡੀ ਨਵੀਂ ਕਿਤਾਬ ਨੂੰ ਲੈ ਕੇ, ਪਾਣੀ ਦੇ ਜਿਸਮ ਵਾਲੀ ਔਰਤ। ਖੈਰ ਔਰਤ ਬਾਰੇ ਆਪਾਂ ਬਹੁਤ ਗੱਲਾਂ ਕਰੀਆਂ, ਇੱਕ ਫੈਮਿਨਿਜ਼ਮ ਨੂੰ ਚੰਗੀ ਤਰ੍ਹਾਂ ਸਮਝਿਆ ਵੀ ਇੰਡੀਅਨ ਫੈਮਿਨਿਜ਼ਮ ਕੀ ਆ, ਜਿਹੜਾ ਬਾਹਰ ਦਾ ਫੈਮਿਨਿਜ਼ਮ ਕੀ ਆ। ਬੜਾ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਤੋਂ। ਤੁਸੀਂ ਸਾਡੇ ਵਿਹੜੇ ਆਏ, ਸਾਹਿਤ ਦੀ ਤੰਦ ਪਾਈ, ਤੁਹਾਡਾ ਇੱਥੇ ਆਉਣ ਤੇ ਸਾਡੇ ਨਾਲ ਸਾਹਿਤ ਦੀ ਤੰਦ ਪਾਉਣ ਤੇ ਤਹਿ ਦਿਲੋਂ ਧੰਨਵਾਦ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਪ੍ਰੋਗਰਾਮ ਸਾਹਿਤਕ ਤੰਦਾਂ ਦੇ ਵਿੱਚ ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜੋ, ਕਿਤਾਬਾਂ ਦੇ ਨਾਲ ਜੋੜੋ, ਤਾਂ ਜੋ ਕਹਿ ਲਓ ਵੀ ਆਉਣ ਵਾਲਾ ਭਵਿੱਖ ਸੋਹਣਾ ਸੁਨਹਿਰੀ ਬਣ ਸਕੇ। ਅੱਜ ਦੇ ਪ੍ਰੋਗਰਾਮ ਵਿੱਚ ਇੰਨੀ। ਪ੍ਰੋਗਰਾਮ ਕਿਵੇਂ ਲੱਗਿਆ info@justbroadcasting.com ਤੇ ਲਿਖ ਕੇ ਸਾਨੂੰ ਆਪਣੇ ਸੁਨੇਹੇ ਸੁਝਾਅ ਭੇਜ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਆਪਣਾ ਰੱਖੋ ਖਿਆਲ, ਜੁੜੇ ਰਹੋ ਜਸ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।